ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਸਾਧ ਸੰਗਤ ਜੀ, ਸਾਰਿਆਂ ਨੂੰ ਇਸ ਗੁਰੂ ਨਾਨਕ ਦੀ ਫੁਲਵਾੜੀ ਵਿੱਚ ਗੁਰਬਾਣੀ ਵਿਚਾਰ ਦੇ ਵਿੱਚ ਜੀ ਆਇਆਂ ਨੂੰ। ਔਰ ਮੇਰੇ ਵੀਰ ਸੁਰਨਜੀਤ ਸਿੰਘ ਜੀ ਬਹੁਤ ਗਹਿਰਾਈ ਦੇ ਵਿੱਚ ਸਾਨੂੰ ਇੱਕ ਜਾਂਚ, ਇੱਕ ਯਤਨਸ਼ੀਲ ਹੋ ਕੇ ਦੱਸ ਰਹੇ ਹਨ। ਬਿਨ ਗੁਣ ਕੀਤੇ ਭਗਤ ਨਾ ਹੋਈ। ਭਗਤੀ ਦਾ ਮਾਰਗ ਕੀ ਹੈ? There is no devotion without acquiring his qualities. ਹੁਣ ਨਾਮ ਕੀ ਹੈ, ਕੁਆਲਿਟੀਜ਼ ਕੀ ਹੈਗੀਆਂ ਔਰ ਕਿਸ ਤਰੀਕੇ ਦੇ ਨਾਲ we can be nearer to the God, and what are the parameters to define truthful living? ਇਹ ਸਾਰਿਆਂ ਦੇ ਦਿਮਾਗ ਵਿੱਚ ਹੈਗਾ ਤੇ ਲੇਕਿਨ ਅਸੀਂ ਹਰ ਆਦਮੀ ਆਪਣੇ ਆਪਣੇ ਤਰੀਕੇ ਦੇ ਨਾਲ ਉਸ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰਕੇ ਸੈਟਿਸਫੈਕਸ਼ਨ ਕਰ ਲੈਂਦਾ ਹੈ। ਮੈਂ ਕੋਈ ਗੱਲ ਨਹੀਂ, ਪਾਠ ਤੇ ਕਰਦਾ ਹੀ ਹਾਂ ਤੇ ਅਗਰ 2 ਪੈਗ ਸ਼ਾਮ ਨੂੰ ਥੱਕਿਆ ਆਉਣਾ ਤੇ ਅਗਰ ਮੈਂ ਸ਼ਰਾਬ ਪੀ ਲਾਂ ਤਾਂ ਵੀ ਕੋਈ ਗੱਲ ਨਹੀਂ। ਮੈਂ ਅਗਰ ਇਹ ਨਹੀਂ ਕਰਦਾ ਤੇ ਮੈਂ ਐਸਾ ਕਰ ਲਿਆ ਤੇ ਕੋਈ ਗੱਲ ਨਹੀਂ, ਲੇਕਿਨ ਮੈਂ ਅੰਦਰੋਂ ਤੇ ਅੱਛਾ ਹੈਗਾ। ਇਹ ਸਾਰਿਆਂ ਦੇ ਵਿੱਚ ਅਸੀਂ ਚਤਰਾਈ ਸਿਆਣਪਾਂ ਕਰਕੇ ਵੀ ਟਰਾਈ ਟੂ ਮੇਕ, ਵੀ ਥਿੰਕ ਕਿ ਸ਼ਾਇਦ ਅਸੀਂ ਕਿਸੇ ਹੋਰ ਨੂੰ ਕੁਝ ਕਰ ਰਹੇ ਹਾਂ, ਲੇਕਿਨ ਅਸੀਂ ਆਪਣੇ ਆਪ ਨੂੰ ਹੀ ਬੇਵਕੂਫ ਬਣਾ ਰਹੇ ਹਾਂ। ਤੇ ਲੋਕਨ ਰਾਮ ਖਿਲੋਣਾ ਜਾਣਾ, ਉਸ ਖਿਲੋਣੇ ਨੂੰ ਅਸੀਂ ਬਣਾ ਕੇ ਅਸੀਂ ਸਮਝਦੇ ਸ਼ਾਇਦ ਅਸੀਂ ਉਹਦੀ ਪੂਜਾ ਕਰ ਰਹੇ ਹਾਂ, ਪਰ ਉਹਦੇ ਉਲਟਾ ਕੰਮ ਕਰਕੇ ਅਸੀਂ ਉੱਥੇ ਤੱਕ ਹੀ ਰਹਿ ਜਾਂਦੇ ਹਨ। ਤੇ ਜਿਸ ਤਰ੍ਹਾਂ ਕਿ ਮੇਰੇ ਵੀਰ ਗੁਰਮੀਤ ਜੀ ਦੱਸਦੇ ਹਨ ਕਿ 38 ਪੌੜੀਆਂ ਚੜਾਂਗੇ ਤੇ ਸੱਚਖੰਡ ਪਹੁੰਚਾਂਗੇ, ਅਸੀਂ ਪੌੜੀ ਤੇ ਚੜਨ ਦੀ ਕੋਸ਼ਿਸ਼ ਨਹੀਂ ਕਰਦੇ। ਆਓ ਰਲ ਮਿਲ ਕੇ ਅੱਜ ਫਿਰ ਕੋਸ਼ਿਸ਼ ਯਤਨਸ਼ੀਲ ਹੋਈਏ ਕਿ ਕਿਸ ਤਰ੍ਹਾਂ ਉਹ ਪੌੜੀਆਂ ਚੜ੍ਹ ਕੇ ਇੰਪਿਓਰਿਟੀ ਆਫ ਮਾਈਂਡ ਨੂੰ ਦੂਰ ਕਰਕੇ ਉਹ ਕੁੜਿਆਰ ਤੋਂ ਸਚਿਆਰ ਬਣ ਕੇ ਕਿਸ ਤਰ੍ਹਾਂ ਟਰੂਥਫੁਲ ਲਿਵਿੰਗ ਤੇ ਆਈਏ। ਵੀਰ ਸੁਰਨਜੀਤ ਸਿੰਘ ਜੀ ਸਾਡੇ ਨਾਲ ਸਾਂਝ ਕਰਨਗੇ ਅਡੋਲ ਮਾਈਂਡਸ ਤੋਂ। ਜੀ ਆਇਆਂ ਨੂੰ ਵੀਰ ਜੀ, ਐਂਡ ਪਲੀਜ਼ ਪ੍ਰੋਸੀਡ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਵੀਰ ਜੀ ਨੇ ਦੱਸਿਆ, ਮੋਡਿਊਲ 5 ਐਂਡ ਮੋਡਿਊਲ ਇਨਫੈਕਟ 5, 6, 7 ਟਰੂਥਫੁਲ ਲਿਵਿੰਗ ਜੋ ਪਾਥ ਆਫ ਰਾਈਟੀਅਸਨੈਸ ਹੈ, ਅਸੀਂ ਉਸ ਤੇ ਡਿਸਕਸ਼ਨ ਕਰ ਰਹੇ ਹਾਂ। ਤੇ ਮੋਡਿਊਲ 5 ਅਸੀਂ ਲਾਸਟ ਵੀਕ ਸ਼ੁਰੂ ਕੀਤਾ ਸੀ ਔਰ ਉਹਦਾ ਟਾਈਟਲ ਹੈ ਵਿਣ ਗੁਣ ਕੀਤੇ ਭਗਤ ਨਾ ਹੋਏ। ਪਰਮਾਤਮਾ ਤੇਰੇ ਗੁਣਾਂ ਨੂੰ ਬਿਨਾਂ ਪ੍ਰਾਪਤ ਕੀਤੇ, ਬਿਨਾਂ ਐਕਵਾਇਰ ਕੀਤੇ ਭਗਤੀ ਨਹੀਂ ਹੁੰਦੀ। ਸਿਰਫ ਗੱਲ ਹੋ ਸਕਦੀ ਹੈ ਉਹਦੇ ਬਾਰੇ, ਪਰ ਉਹ ਭਗਤੀ ਨਹੀਂ ਹੈ। ਤੇ ਉਹ ਗੁਣ ਕਿਸ ਤਰ੍ਹਾਂ ਐਕਵਾਇਰ ਕਰਨੇ ਹਨ, ਅਸੀਂ ਉਸੇ ਤੇ ਡਿਸਕਸ਼ਨ ਸ਼ੁਰੂ ਕੀਤੀ ਸੀ। ਸੋ ਫਸਟ 2-3 ਮਿੰਟਸ ਅਸੀਂ ਉਹਨੂੰ ਰੀਕੈਪਚੂਲੇਟ ਕਰਦੇ ਹਾਂ ਬੜੀ ਫਾਸਟ, ਜੋ ਅਸੀਂ ਲਾਸਟ ਟਾਈਮ ਡਿਸਕਸ ਕੀਤਾ ਹੈ, ਔਰ ਫਿਰ ਉਸ ਤੋਂ ਬਾਅਦ ਅਸੀਂ ਅੱਜ ਦਾ ਪਾਰਟ 2 ਸ਼ੁਰੂ ਕਰਾਂਗੇ। ਤੇ ਜਿਵੇਂ ਅਸੀਂ ਕਿਹਾ ਸੀ ਕਿ ਜੋ ਇਹ ਯਾਤਰਾ ਹੈ ਉਹ ਮੋਨੋਥੀਸਟ ਤੋਂ ਸ਼ੁਰੂ ਹੁੰਦੀ ਹੈ ਔਰ ਪੈਨਥੀਸਟ ਤੇ ਸਮਾਪਤ ਹੁੰਦੀ ਹੈ, ਜਿੱਥੇ ਅਸੀਂ ਪਰਮਾਤਮਾ ਨੂੰ ਵੱਖਰਾ ਹੋ ਕੇ ਦੇਖਦੇ ਹਾਂ ਔਰ ਅਖੀਰ ਦੇ ਵਿੱਚ ਹਰ ਚੀਜ਼ ਵਿੱਚ ਸਿਰਫ ਪਰਮਾਤਮਾ ਹੀ ਪਰਮਾਤਮਾ ਦਿਖਦਾ ਹੈ। ਜਿਵੇਂ ਕਿ ਕਬੀਰ ਦਾਸ ਜੀ ਨੇ ਵੀ ਕਿਹਾ ਹੈ, ਕਬੀਰ ਤੂੰ ਕਰਤਾ ਤੂੰ ਹੁਆ। ਉਹ ਇਹੀ ਇੱਕ ਕਨਸੈਪਟ ਹੈ ਜਿਹਨੂੰ ਅਸੀਂ ਲੈ ਕੇ ਚੱਲੇ ਹਾਂ। ਔਰ ਅਸੀਂ ਫਰਦਰ ਡਿਸਕਸ ਕੀਤਾ ਸੀ ਕਿ ਇਹ ਸਾਰੀ ਯਾਤਰਾ, ਇੱਕ ਲਾਈਫ ਜਿਹੜੀ ਉਹ ਸੈਲੀਬ੍ਰੇਸ਼ਨ ਹੈ। ਸਾਨੂੰ ਮਨੁੱਖਾ ਜੀਵਨ ਮਿਲਿਆ ਹੈ, ਉਹਦੀ ਪ੍ਰੋਬੇਬਿਲਿਟੀ ਇਤਨੀ ਜ਼ਿਆਦਾ ਲੋ ਹੈ ਕਿ ਜਿਹਦਾ ਕੋਈ ਅੰਦਾਜ਼ਾ ਹੀ ਨਹੀਂ। ਅਸੀਂ ਮਨੁੱਖ ਹਾਂ, ਇਸ ਕਰਕੇ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ। ਔਰ ਸੈਲੀਬ੍ਰੇਸ਼ਨ ਪੂਰੀ ਤਾਂ ਹੀ ਹੁੰਦੀ ਹੈ ਜਦੋਂ ਅਸੀਂ ਆਨੰਦ ਵੱਲ ਵੱਧਦੇ ਹਾਂ, ਔਰ ਉਹਦੇ ਲਈ ਜ਼ਰੂਰੀ ਹੈ ਕਿ ਆਹਿਸਤਾ ਆਹਿਸਤਾ ਸਾਡਾ ਅਹੰਕਾਰ ਜੋ ਹੈ ਖਤਮ ਹੋਣਾ ਚਾਹੀਦਾ ਹੈ। ਹੁਣ ਅਸੀਂ ਟਰੂਥਫੁਲ ਲਿਵਿੰਗ ਨੂੰ ਪ੍ਰੈਕਟਿਸ ਕਿਸ ਤਰ੍ਹਾਂ ਕਰਨਾ ਹੈ, ਉਹਦੇ ਲਈ ਅਸੀਂ ਜੋ ਬੁਨਿਆਦ ਸੀ, ਜੋ ਬੇਸਿਕ ਸਨ, ਉਹ ਡਿਸਕਸ ਕੀਤੇ ਸੀ। ਲਾਈਕ ਕਿ ਮਿਸ਼ਨ ਕੀ ਹੈ, ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਕਿ ਹਾਊ ਕੈਨ ਆਈ ਬਿਕਮ ਦਾ ਟਰੂਥ, ਦੈਟ ਇਜ਼ ਦਾ ਮਿਸ਼ਨ। ਐਂਡ ਜੋ ਡਿਵਾਈਨ ਕੁਆਲਿਟੀਜ਼ ਹੈ ਉਹ ਸਾਨੂੰ ਮਿਸ਼ਨ ਦੀ ਤਰਫ ਲੈ ਕੇ ਜਾਂਦੀਆਂ। ਸੋ ਬਰੀਫਲੀ ਅਸੀਂ ਡਿਸਕਸ ਕੀਤਾ ਸੀ। ਇੱਕ ਪ੍ਰੀ ਕੰਡੀਸ਼ਨ ਹੈ ਇਸ ਮਾਰਗ ਤੇ ਆਉਣ ਲਈ ਗੁਰੂ ਨਾਨਕ ਸਾਹਿਬ ਦੀ, ਕਿ ਜਾਓ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੇ ਕਾਣ ਨਾ ਕੀਜੈ। ਤੇ ਇਹ ਇੱਕ ਪ੍ਰੀ ਕੰਡੀਸ਼ਨ ਵੀ ਹੈ। ਔਰ ਉਸ ਤੋਂ ਬਾਅਦ ਇੱਕ ਕਨਵਿਕਸ਼ਨ ਹੈ
ਜਿਹਦੇ ਨਾਲ ਕਿ ਸਾਨੂੰ ਪੂਰਾ ਭਰੋਸਾ ਹੈ, ਜਿੱਥੇ ਗੁਰੂ ਸਾਹਿਬ ਨੇ ਕਿਹਾ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਔਰ ਫਿਰ ਪਾਥਵੇ ਸ਼ੁਰੂ ਹੁੰਦਾ ਹੈ, ਸਰਬ ਧਰਮ ਮੈਂ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਉਹਦੇ ਵਿਚਕਾਰ ਗੁਰੂ ਨਾਨਕ ਸਾਹਿਬ ਦੇ ਦਿੱਤੇ ਹੋਏ 3 ਬੇਸਿਕ ਸਿਧਾਂਤ ਹੈ, ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਤੇ ਨਾਮ ਜਪੋ ਜਿਵੇਂ ਸੁਖਮਨੀ ਸਾਹਿਬ ਵਿੱਚ ਵੀ ਆਇਆ, ਹਰ ਕੋ ਨਾਮ ਜਪ, ਔਰ ਕਿਰਤ ਕਰੋ ਵੰਡ ਛਕੋ ਹੈ, ਉਹ ਹੈ ਸਾਡੇ ਨਿਰਮਲ ਕਰਮ, ਜਿਹਨੂੰ ਅਸੀਂ ਕਹਿੰਦੇ ਹਾਂ ਮੇਨਟੇਨ ਪਿਓਰ ਕੰਡਕਟ। ਤੇ ਅਗਰ ਅਸੀਂ ਨਾਮ ਜਪੋ ਕਹੀਏ, ਇਟ ਇਜ਼ ਲਵ ਫॉर ਹਿਮ, ਐਂਡ ਕਿਰਤ ਕਰੋ ਵੰਡ ਛਕੋ ਇਜ਼ ਲਵ ਫॉर ਹਿਸ ਕ੍ਰੀਏਸ਼ਨ। ਸੋ ਇਹ ਪ੍ਰੇਮ ਦੀ ਹੀ ਸਾਰੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਉਹ ਕਹਿ ਲਓ, ਜਾਂ ਹਰ ਕੋ ਨਾਮ ਜਪ ਨਿਰਮਲ ਕਰਮ ਕਹਿ ਲਓ, ਜਾਂ 3 ਬੇਸਿਕ ਸਿਧਾਂਤ ਕਹਿ ਲਓ, ਕੋਈ ਫਰਕ ਨਹੀਂ ਹੈ। ਪਰ ਸਾਨੂੰ ਇੱਕ ਗਹਿਰਾਈ ਵਿੱਚ ਜਾ ਕੇ ਸਮਝਣਾ ਹੋਏਗਾ ਇਹਨਾਂ ਵਿੱਚ ਫਰਦਰ ਕੀ ਕਿਹਾ ਜਾ ਰਿਹਾ ਹੈ। ਅਸੀਂ ਨਾਮ ਜਪੋ ਦੀ ਇੱਕ ਛੋਟੀ ਜਿਹੀ ਡੈਫੀਨੇਸ਼ਨ ਦੇ ਫਾਰਮ ਵਿੱਚ ਵੀ ਸਮਝਣ ਦੀ ਕੋਸ਼ਿਸ਼ ਕੀਤਾ ਸੀ। ਇਸੇ ਤਰ੍ਹਾਂ ਕਿਰਤ ਕਰੋ ਨਾਲ ਕੀ ਭਾਵ ਹੈ, ਅਸੀਂ ਉਹ ਸਮਝਣ ਦੀ ਕੋਸ਼ਿਸ਼ ਕੀਤੀ ਸੀ, ਔਰ ਵੰਡ ਛਕੋ ਨਾਲ ਕੀ ਭਾਵ ਹੈ। ਸੋ ਇਹ 3 ਬੇਸਿਕ ਚੀਜ਼ਾਂ ਅਸੀਂ ਡਿਸਕਸ ਕਰਨ ਤੋਂ ਬਾਅਦ ਹੁਣ ਅਸੀਂ ਆਉਂਦੇ ਹਾਂ ਜਿੱਥੇ ਅੱਜ ਦਾ ਮੋਡਿਊਲ ਸ਼ੁਰੂ ਹੁੰਦਾ ਹੈ, ਫਰੋਮ ਪਿਓਰ ਕੰਡਕਟ ਟੂ ਹਿਊਮਨ ਕੁਆਲਿਟੀਜ਼, ਜਿਹਨੂੰ ਅਸੀਂ ਕਿਹਾ ਕਿ ਇਹ ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਜਿਹੜੇ ਨੇ ਉਹ ਪਿਓਰ ਕੰਡਕਟ ਹੈ। ਉਹਦੇ ਲਈ ਕੀ ਸਾਡੇ ਕੋਲ ਗੁਣ ਜਾਂ ਕੁਆਲਿਟੀਜ਼ ਚਾਹੀਦੀਆਂ, ਉਹਦੇ ਲਈ 5 ਮੈਜਿਕ ਵਰਡਸ ਹੈ, ਔਰ ਇਹ 5 ਮੈਜਿਕ ਵਰਡਸ ਇੱਕ ਭੇਦ ਖੋਲਦੇ ਆ ਸਾਡੇ ਲਈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਨਾਨਕਾ ਵਰਡ ਨੂੰ ਛੱਡ ਕੇ ਇਹਦੇ ਸਿਰਫ 5 ਵਰਡ ਹਨ, ਮਿੱਠਤ, ਨੀਵੀਂ, ਗੁਣ, ਚੰਗਿਆਈਆਂ ਔਰ ਤਤ। Sweetness and humility are the essence of qualities and goodness, O Nanak। ਤੇ ਇਹ ਜੋ ਹੈ ਇਹਨੂੰ ਅਸੀਂ ਅਗਰ ਭਾਵ ਸਮਝਣ ਦੀ ਕੋਸ਼ਿਸ਼ ਕਰੀਏ, ਸੋ ਇਟ ਸੇਜ਼ sweetness and humility is the behavior। So ਜੋ human behavior is a reflection of virtues and values। virtues qualities ਨੂੰ ਕਹਿੰਦੇ ਆ, and goodness values ਨੂੰ ਕਹਿੰਦੇ ਆ। ਅਸੀਂ ਥੋੜਾ ਹੋਰ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਜੋ ਪੂਰਾ ਮਾਰਗ ਰਾਈਟੀਅਸਨੈਸ ਦਾ ਮਾਰਗ ਹੈ, ਉਹ ਗੁੱਡਨੈਸ ਔਰ यानी कि जो संस्कार हैं और जो गुण है उन्होंने एक कॉम्बिनेशन है। और हुण असीं ये पता लगाने की कोशिश करते हैं कि वैल्यूज जिहड़ियां वो वर्चूज नाल वखरियां हैं, कि चंगियाइयां और गुण वक्री वक्री 2 चीज़ां हैं, क्योंकि गुरु साहब ने इत्थे 2 वखरे वर्ड्स इस्तेमाल किए हैं। तो जो डेफिनेशन असीं वैल्यूज दी या संस्कारां दी सी, उसी दा एक विश्वास कि जितने भी साडे मतलब असी कारजां नूं अगे वधाना है, उहदे लई की इंपॉर्टेंट है, और वो साडे डेली दे जो बिहेवियर है वो किस तरह रिफ्लैक्ट होना चाहिए। एक संस्कार जिहड़े हुंदे ने एक इंसान दे अपने हुंदे ने, किसी टीम दे भी हो सकदे ने, समाज दे भी हो सकदे ने, और ये मापदंड या जिन्हों असी कहते हैं कि बेंचमार्क्स वो की हन, एक सोसाइटी के बेंचमार्क की हन या इंडिविजुअल दे की हन, उन्होंने दर्शाते हैं। तो जिवें उदाहरण के तौर पर है इक्वैलिटी, कंपैशन, लव, समानता, रहम, प्यार इनू कह लो। और फिर असी डेफिनेशन देखी सी गुणां दी, वो विशेषतावां जिहड़ियां इन्हां संस्कारां नूं अगे लैके जांदियां। संस्कार ते आ गए, पर इन्हां संस्कारां नूं अगे वधाउण लई साडे कोल गुण भी होने चाहिए हैं। जो गुण नहीं होंगे तो संस्कार सिर्फ रुक के रह जाएंगे। वो जिवें कि दृढ़ता है, अनुशासन है, फियरलैसनेस, निडरता है, डिसिप्लिन, ये सारे गुण भी नाल चाहिए हैं। सो चंगियाइयां एक तरफ हैं, गुण एक तरफ हैं। तो असी हुण ये देखना है कि अगर सिर्फ साडे कोल चंगियाइयां सिर्फ गुण होण ते उहदा की इंपैक्ट हुंदा है। सो अगे चल के असी देखते हैं, एक इंसान है, उहदे अंदर सारियां चंगियाइयां, उहदे नाल गल करो पता लगता है दिल दा बहुत अच्छा है, ईमानदार इंसान है, उहदे कोल हर चंगियाई है, उससे जो भी गल करोगे पता लगता है, रिफ्लैक्ट होंदा है कि उहदे कोल चंगियाइयां हैं। पर अनफॉर्चुनेटली उहदे कोल गुण नहीं हैं, वो गुण नहीं है जो चंगियाइयां नूं अगे लैके जा सकन। ते इस केस में जो रिजल्ट आएगा वो कोई नतीजा नहीं आंदा। फॉर एग्जाम्पल अगर असी ये कहिए कि असी रोज़ गुरुद्वारे भी जाते हैं और पाठ भी करते हैं, और जो पाठ किया वो समझते भी हैं और उन्होंने समझ के असी मनते भी हैं, पर जदों अगे मनन के जो जिंदगी दे साडे रोज़ दे एक्शनस हैं उन्हां दे विचकार गुण नज़र नहीं आ रहे, मतलब एक्शनस असी लै ही नहीं रहे, असी सिर्फ कहते हैं हाँ जी बहुत अच्छा बहुत वधिया। जिवें असी एक क्लास अटेंड करिए दे कहिए कि सानू सेवा करनी चाहिए है या सवेरे उठना चाहिए, जो भी है असी ये सब समझते हैं, पर असी गुण है ही नहीं कि असी करिए उन्होंने।
ਤੇ ਉਹਦਾ ਕੋਈ ਨਤੀਜਾ ਨਹੀਂ ਆਏਗਾ। ਇਹ ਨਹੀਂ ਕਿ ਉਹਦਾ ਕੋਈ ਨੁਕਸਾਨ ਹੈ, ਚੰਗਿਆਈਆਂ ਦੀ ਚੰਗਿਆਈਆਂ ਨੇ, ਉਹਦਾ ਕੋਈ ਨੁਕਸਾਨ ਹੋ ਨਹੀਂ ਸਕਦਾ, ਪਰ ਉਹਦਾ ਕੋਈ ਨਤੀਜਾ ਸਾਹਮਣੇ ਨਹੀਂ ਆਏਗਾ। ਪਰ ਅਗਰ ਚੰਗਿਆਈਆਂ ਦੇ ਨਾਲ ਗੁਣ ਆਣ ਤੇ ਫਿਰ ਸਾਡੇ ਕੋਲ ਬੈਸਟ ਰਿਜ਼ਲਟ ਵੀ ਆ ਜਾਂਦੇ ਆ। ਔਰ ਅਸੀਂ ਹੁਣ ਇੱਕ ਤੀਸਰੀ ਐਗਜ਼ਾਮਪਲ ਤੋਂ ਜ਼ਿਆਦਾ ਕਲੀਅਰ ਹੋਏਗਾ ਕਿ ਇੱਕ ਇਨਸਾਨ ਹੈ, ਉਹਦੇ ਕੋਲ ਚੰਗਿਆਈਆਂ ਕੋਈ ਨਹੀਂ ਹੈ, ਪਰ ਉਹਦੇ ਕੋਲ ਗੁਣ ਸਾਰੇ ਹਨ, ਤੇ ਉਹਦੇ ਬੜੇ ਹੀ ਬੁਰੇ ਨਤੀਜੇ ਵੀ ਆ ਸਕਦੇ ਹਨ। ਫॉर एग्जांपल ਇੱਕ ਇਨਸਾਨ ਨਿਡਰ ਹੈ ਪਰ ਉਹਦੇ ਚੰਗਿਆਈ ਨਹੀਂ ਹੈ, ਤੇ ਉਹ ਕਿਸੇ ਦਾ ਵੀ ਜਾ ਕੇ ਗਲਾ ਕੱਟ ਦੇਗਾ, ਕਿਸੇ ਨੂੰ ਵੀ ਮਾਰ ਦੇਗਾ। ਆਪਣੇ ਆਪ ਨਿਡਰਤਾ ਇੱਕ ਗੁਣ ਹੈ, ਪਰ ਜੇ ਉਹਦੇ ਚੰਗਿਆਈ ਨਹੀਂ ਹੈ ਤੇ ਨਿਡਰਤਾ ਉਹੀ ਗੁਣ ਜਿਹੜਾ ਬੜਾ ਗੰਦਾ ਰਿਜ਼ਲਟ ਵੀ ਲੈ ਕੇ ਆ ਸਕਦਾ। ਕੋਈ ਬੰਦਾ ਬੜਾ ਮਿਹਨਤੀ ਹੈ ਪਰ ਮਿਹਨਤ ਕਰਕੇ ਉਹ ਦੁਨੀਆ ਨੂੰ ਬੇਵਕੂਫ ਬਣਾ ਰਿਹਾ। ਮਿਹਨਤ ਉਹਦਾ ਇੱਕ ਗੁਣ ਹੈ, ਪਰ ਉਸ ਗੁਣ ਦਾ ਕੀ ਫਾਇਦਾ ਜਿਹਦੇ ਨਾਲ ਉਹ ਦੁਨੀਆ ਨੂੰ ਠੱਗ ਰਿਹਾ ਜਾਂ ਦੁਨੀਆ ਨੂੰ ਖਰਾਬ ਕਰ ਰਿਹਾ। ਇਹ ਲੋਕ ਜੋ ਦੁਨੀਆ 'ਚ ਬਹੁਤ ਬੁਰੇ ਕੰਮ ਕਰਦੇ ਹਨ, ਉਹਨਾਂ ਵਿੱਚ ਵੀ ਬਹੁਤ ਸਾਰੇ ਗੁਣ ਹੁੰਦੇ ਨੇ, ਬੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ, ਪਰ ਉਹਨਾਂ ਚੰਗਿਆਈਆਂ ਨਹੀਂ ਹੁੰਦੀਆਂ। ਯਾਨੀ ਕਿ ਉਹਨਾਂ ਦਾ ਜੋ ਸੰਸਕਾਰ ਹੈ, ਜੋ ਬੇਸਿਕ ਵੈਲਿਊ ਸਿਸਟਮ ਹੈ, ਉਹ ਉਹਨਾਂ ਦਾ ਬਿਲਕੁਲ ਉਲਟਿਆ ਹੋਇਆ ਹੁੰਦਾ। ਉਹਨਾਂ ਦੀਆਂ ਵੈਲਿਊਜ਼ ਡਿਫਰੈਂਟ ਡਾਇਰੈਕਸ਼ਨ 'ਚ ਹੁੰਦੀਆਂ। ਹੁਣ ਕੋਈ ਇਨਸਾਨ ਇਹ ਵੀ ਕਹਿ ਸਕਦਾ ਕਿ ਮੈਂ खूब ज्यादा धन दौलत कमानी है, ਉਹਦੇ ਲਈ ਮੈਨੂੰ ਜੋ ਕੁਝ ਕਰਨਾ ਕਰਾਂਗਾ। ਉਹ 20-20 ਘੰਟੇ ਮਿਹਨਤ ਕਰਦਾ ਹੈ। ਹੁਣ ਕੋਈ ਪੁੱਛਿਓ ਬੰਦਾ ਮਿਹਨਤੀ ਹੈ? ਹਾਂਜੀ ਬਹੁਤ ਮਿਹਨਤੀ ਹੈ, ਗੁਣ ਤੇ ਉਹਦੇ 'ਚ ਹੈ, ਪਰ ਉਹ ਚੰਗਿਆਈਆਂ ਨਾ ਹੋਣ ਕਰਕੇ ਉਹ ਦੂਸਰਿਆਂ ਦਾ ਨੁਕਸਾਨ ਪਹੁੰਚਾ ਸਕਦਾ ਤੇ ਉਹਦੇ ਬੜੇ ਗੰਦੇ ਨਤੀਜੇ ਆਉਂਦੇ ਆ। ਸੋ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਗੁਣਾ ਔਰ ਚੰਗਿਆਈਆਂ ਦਾ ਜੋ ਟੋਟਲ ਮਿਲਾ ਕੇ ਨਿਚੋੜ ਹੈ, ਉਹ ਤੁਹਾਡੇ 'ਚ ਮਿਠਾਸ, ਨਿਮਰਤਾ ਔਰ ਤੁਹਾਡੇ 'ਚ ਮਿਠਾਸ ਲੈ ਕੇ ਆਏਗਾ। ਔਰ ਅਸੀਂ ਅੱਗੇ ਅਗਰ ਦੇਖੀਏ ਇਹਨੂੰ, ਤੇ ਜੋ ਕੋਰ ਵੈਲਿਊਜ਼ ਦੀ ਅਸੀਂ ਗੱਲ ਕੀਤੀ ਸੀ ਐਂਡ ਵਰਚੂਜ਼ ਦੀ, ਹਰ ਕੋ ਨਾਮ ਜਪ, ਤੇ ਜੋ ਹਾਈਐਸਟ ਹਿਊਮਨ ਡਿਵੋਸ਼ਨ ਹੈ। ਹੁਣ ਅਸੀਂ ਇੱਥੇ ਆ ਕੇ ਦੇਖੀਏ, ਅਸੀਂ ਦੁਬਾਰਾ ਕੋਰਿਲੇਟ ਕਰਦੇ ਹਾਂ ਜੋ ਡਿਸਕਸ਼ਨ ਕੀਤੀ ਹੈ, ਕਿ ਜੋ ਹਾਈਐਸਟ ਹਿਊਮਨ ਡਿਵੋਸ਼ਨ ਹੈ ਉਹ ਹੈ ਲਵ ਫॉर ਗॉड, ਜਿਹਨੂੰ ਕਿ ਨਾਮ ਕਿਹਾ ਸੀ। ਔਰ ਇਹ ਨਾਮ ਬਾਣੀ ਦੇ ਵਿੱਚ ਹਜ਼ਾਰ ਵਾਰ ਨਹੀਂ ਹਜ਼ਾਰਾਂ ਵਾਰ ਵਰਡ ਨਾਮ ਆਇਆ। ਨਾਮ ਤੇ ਇੰਨਾ ਜ਼ਿਆਦਾ ਜ਼ੋਰ ਹੈ, ਸ਼ਾਇਦ ਹੀ ਕੋਈ ਐਸਾ ਅੰਗ ਹੋਏ ਜਿਹਦੇ ਉੱਤੇ ਨਾਮ ਦੀ ਗੱਲ ਨਾ ਕੀਤੀ ਹੋਏ। ਬਾਰ-ਬਾਰ ਗੁਰੂ ਸਾਹਿਬ ਨੇ ਸਾਨੂੰ ਨਾਮ ਦੇ ਨਾਲ ਜੁੜਨ ਲਈ ਦ੍ਰਿੜਾਇਆ ਹੈ। ਸੋ ਜੋ ਹਾਈਐਸਟ ਹਿਊਮਨ ਡਿਵੋਸ਼ਨ ਹੋ ਸਕਦੀ ਹੈ, ਜੋ ਪਰਮਾਤਮਾ ਨਾਲ ਪ੍ਰੇਮ ਹੈ, ਲਵ ਫॉर ਗॉड ਹੈ, ਉਹ ਨਾਮ ਦੇ ਥਰੂ ਪ੍ਰਗਟ ਹੁੰਦਾ ਹੈ। ਹੁਣ ਅਗਰ ਅਸੀਂ ਗੱਲ ਕਰੀਏ ਮੇਨਟੇਨ ਪਿਓਰ ਕੰਡਕਟ ਦੀ, ਤੇ ਇਹਦੇ ਵਿੱਚ ਵੀ ਸਾਡੇ ਕੋਲ ਕੁਝ ਬੇਸਿਕ ਚੀਜ਼ਾਂ, ਔਰ ਇਹ ਸਭ ਗੁਰਬਾਣੀ ਦੇ ਆਧਾਰ ਤੇ ਹੈ। ਮਤਲਬ ਇਹ ਜੋ ਮਾਡਲ ਬਣਾਏ ਗਏ ਹਨ, ਇਹ ਗੁਰਬਾਣੀ ਦੇ ਵਿੱਚ ਸ਼ਬਦ ਹਨ, ਜਿਨ੍ਹਾਂ ਸ਼ਬਦਾਂ ਨੂੰ ਲੈ ਕੇ ਇਹ ਮਾਡਲ ਤਿਆਰ ਕੀਤੇ ਗਏ ਹਨ। ਕੋਈ ਐਸਾ ਨਹੀਂ ਕਿ ਮਤਲਬ ਇੱਕ ਫਿਕਟੀਸ਼ੀਅਸ ਜੀ ਚੀਜ਼ ਹੈ। ਸੋ ਜੋ ਹਾਈਐਸਟ ਹਿਊਮਨ ਵੈਲਿਊ ਹੈ, ਉਹ ਹਾਈਐਸਟ, ਹੁਣ ਅਸੀਂ ਬੜੀਆਂ ਵੈਲਿਊਜ਼ ਦੀ ਗੱਲ ਕਰਾਂਗੇ ਅੱਗੇ ਚੱਲ ਕੇ, ਬਹੁਤ ਸਾਰੀਆਂ, ਪਰ ਜੋ ਹਾਈਐਸਟ ਹਿਊਮਨ ਵੈਲਿਊ ਹੈ ਉਹ ਹੈ ਸੈਲਫਲੈਸਨੈਸ, ਯਾਨੀ ਕਿ ਨਿਸਵਾਰਥਤਾ। ਆਪਣੇ ਆਪ ਨੂੰ, ਈਗੋ ਨੂੰ ਖਤਮ ਕਰ ਦੇਣਾ, ਆਪਣੇ ਆਪ ਨੂੰ ਪੂਰੀ ਤਰ੍ਹਾਂ ਨਿਸਵਾਰਥ ਹੋ ਕੇ ਜਿਹੜੇ ਵੀ ਕੰਮ ਕਰਨੇ ਹੈ, ਮਤਲਬ ਉਹਦੇ 'ਚ ਆਪਣਾ ਫਾਇਦਾ ਨਹੀਂ ਦੇਖਣਾ, ਇੱਕ ਸੁਸਾਇਟੀ ਐਜ਼ ਏ ਹੋਲ ਦਾ ਫਾਇਦਾ ਦੇਖਣਾ ਹੈ, ਉਹ ਹਾਈਐਸਟ ਹਿਊਮਨ ਵੈਲਿਊ ਹੈ। ਔਰ ਜੋ ਹਾਈਐਸਟ ਹਿਊਮਨ ਵਰਚੂ ਹੈ, ਜਿਹਨੂੰ ਕਹਿੰਦੇ ਨੇ ਇਨਸਾਨ ਦਾ ਗੁਣ, ਉਸ ਸਭ ਨਾਲ ਜਿਹੜਾ ਉੱਚਾ ਗੁਣ ਹੈ, ਗ੍ਰੇਟੈਸਟ ਹਿਊਮਨ ਵਰਚੂ ਇਜ਼ ਦਾ ਟਰਸਟਵਰਦੀਨੈਸ। ਜਿਹਦੇ ਤੇ ਇਨਸਾਨ, हाँ वो तो सी, वो सारा लिखाना है, फिर हो रहेगी कौन, 2-3 हैगी। प्लीज म्यूट योरसेल्फ। So hello, please mute yourself whosoever is talking। ग्रेटेस्ट ह्यूमन वर्च्यू जो है ट्रस्टवर्दीनेस है। ਹੁਣ जो तीसरी गल आती है जब बेस्ट ह्यूमन बिहेवियर, वो भी गुरु साहब ने क्या है, स्वीटनेस एंड ह्यूमिलिटी, यानी कि मिठास और नम्रता भाषा ਦੇ ਵਿੱਚ ਆ ਜਾਣੀ ਚਾਹੀਦੀ ਹੈ। ਔਰ ਅਗਰ ਅਸੀਂ ਇਹ ਕਹੀਏ ਕਿ ਇਹ ਅਸੀਂ ਇਹਨੂੰ ਹੁਣ ਟਰੂਥਫੁਲ ਲਿਵਿੰਗ ਦੇ ਮਾਰਗ ਨੂੰ ਸਮਝਣ ਦੀ ਅਗਰ ਕੋਸ਼ਿਸ਼ ਕਰ ਰਹੇ ਹਾਂ, ਜੋ ਹਰ ਕੋ ਨਾਮ ਜਪ ਨਿਰਮਲ ਕਰਮ ਹੈ, ਤੇ ਉਹਨਾਂ ਨੂੰ ਹੁਣ ਅਸੀਂ ਗੁਣਾਂ ਦੇ ਵਿਚਕਾਰ ਅਗਰ ਟਰਾਂਸਲੇਟ ਕਰੀਏ, ਤੇ ਮੈਡੀਟੇਸ਼ਨ ਨਾਮ ਜੋ ਹੈ ਲਵ ਫॉर हिम है, जो ਸੈਲਫਲੈਸਨੈਸ ਹੈ ਲਵ ਫॉर हिज क्रिएशन है। ਜੋ ਸੈਲਫਲੈਸਨੈਸ ਹੈ, ਅਗਰ ਅਸੀਂ ਬਹੁਤ ਧਿਆਨ ਨਾਲ ਸੋਚੀਏ ਤੇ ਉਹਦੀ ਕ੍ਰੀਏਸ਼ਨ ਨਾਲ ਸਾਡਾ ਪਿਆਰ ਹੈ। ਜੋ ਗੁਰੂ ਸਾਹਿਬ ਸੈਲਫਲੈਸਨੈਸ ਹੋਣ ਨੂੰ ਕਹਿ ਰਹੇ ਹਨ, ਮਤਲਬ ਉਹਦੀ ਕ੍ਰੀਏਸ਼ਨ ਨਾਲ ਪਿਆਰ ਦੀ ਗੱਲ ਕਰ ਰਹੇ ਹਨ। ਔਰ ਜੋ ਟਰਸਟਵਰਦੀਨੈਸ ਹੈ, ਉਹ ਲਵਡ ਬਾय ਹਿਸ ਕ੍ਰੀਏਸ਼ਨ ਹੈ। ਦੈਟ ਮੀਨਸ ਜੋ ਕ੍ਰੀਏਸ਼ਨ ਹੈ ਉਹ ਤੁਹਾਨੂੰ ਫਿਰ ਵਾਪਸ ਪਿਆਰ ਦਿੰਦੀ ਹੈ। ਔਰ ਇਹ ਜੋ ਤਿੰਨ ਚੀਜ਼ਾਂ ਹਨ, ਸਾਨੂੰ ਇਹ ਦੱਸਦੀਆਂ ਕਿ ਅਸੀਂ ਠੀਕ ਮਾਰਗ ਤੇ ਚੱਲ ਪਾ ਰਹੇ ਹਾਂ ਕਿ ਨਹੀਂ ਚੱਲ ਪਾ ਰਹੇ।
और यही हम दोबारा असी समझण की कोशिश कर रहे हैं। जो नाम जप है उसका ज़्यादा जो फोकस है वो सोल ते है, यानी कि साडी आत्मिक अवस्था ते है। और जो किरत करो वंड छको है वो जो प्रगटावा उहदा हुंदा है वो बॉडी एंड माइंड के थ्रू हुंदा है, जदों कि आपस भी इंटरलिंक्ड है। जो बॉडी एंड माइंड च हो रहा है वो आत्मा तक जाता है, सोल तक जाता है। जो सोल च हो रहा है वो बॉडी एंड माइंड ते भी रिफ्लैक्ट होंदा है। पर जो बेसिकली किसी ਨੂੰ ਅਸੀਂ ਕਰਦੇ ਦੇਖਦੇ ਹਾਂ ਤੇ ਜੋ ਨਾਮ ਦੀ ਅਵਸਥਾ ਹੈ ਉਹ ਸਾਡੀ ਸੋਲ ਜਾਂ ਆਤਮਾ ਨੂੰ ਸਾਡੇ ਨਾਲ ਪਰਮਾਤਮਾ ਨੂੰ ਜੋੜਨ ਦਾ ਇੱਕ ਰਸਤਾ ਹੈ। whereas ਕਿਰਤ ਕਰੋ ਵੰਡ ਛਕੋ ਜਿਹੜਾ ਉਹ ਬੋਡੀ ਐਂਡ ਮਾਈਂਡ ਦੇ ਉੱਤੇ ਉਹਦਾ ਫੋਕਸ ਹੈ, that means towards creator and towards creation। ਇਹ ਚੀਜ਼ਾਂ ਨੇ ਜਿਨ੍ਹਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਨੂੰ ਇੱਕ ਦ੍ਰਿੜਤਾ ਨਾਲ ਇੱਕ ਕਲੈਰਿਟੀ ਨਾਲ ਪੂਰਾ ਦਾ ਪੂਰਾ ਰਸਤਾ ਸਮਝ ਆ ਸਕੇ। ਤੇ ਹੁਣ ਅਸੀਂ ਗੱਲ ਸ਼ੁਰੂ ਕਰਾਂਗੇ ਨਾਮ ਜਪੋ ਦੀ। ਜੋ ਨਾਮ ਜਪੋ ਹੈ ਇਹ ਜਿਵੇਂ ਕਿ ਪਹਿਲੇ ਵੀ ਕਿਹਾ ਕਿ ਬਾਣੀ ਦੇ ਵਿੱਚ ਅਨੇਕਾਂ ਵਾਰ ਨਾਮ ਜਪੋ ਵਰਡ ਆਇਆ। ਬਾਰ-ਬਾਰ ਹਰ ਸ਼ਬਦ ਦੇ ਵਿੱਚ ਗੁਰੂ ਸਾਹਿਬਾਨ ਜਦੋਂ ਵੀ ਸ਼ਬਦ ਹੈ ਉਹਦੇ ਵਿੱਚ ਕਾਫੀ ਕੁਝ ਬਹੁਤ ਸਾਰੇ ਪ੍ਰਸੰਗ ਹੁੰਦੇ ਹੈ, ਬਹੁਤ ਸਾਰੀਆਂ ਡਿਟੇਲਿੰਗ ਹੁੰਦੀ ਹੈ। ਔਰ ਅਖੀਰ 'ਚ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਨਾਮ ਨਾਲ ਹੀ ਜੁੜੋ। ਔਰ ਨਾਮ ਨਾਲ ਜੋੜਨ ਨੂੰ ਸਾਨੂੰ ਦ੍ਰਿੜ ਕਰਾ ਰਹੇ ਨੇ ਬਾਰ-ਬਾਰ। ਔਰ ਸਾਨੂੰ ਥੋੜੇ ਜਿਹਾ ਇਹਨੂੰ ਲੈ ਕੇ ਭੁਲੇਖਾ ਵੀ ਰਹਿੰਦਾ ਹੈ ਕਿ ਇਹ ਨਾਮ ਜਿਹੜਾ ਹੈ ਇਹ ਨਾਮ ਕੀ ਹੈ, ਇਸ ਦੇ ਨਾਲ ਕਿਸ ਤਰ੍ਹਾਂ ਜੁੜਨਾ ਹੈ, ਇਹਦੀ ਸਟੈਪ ਬਾਈ ਸਟੈਪ ਅਪਰੋਚ ਕੀ ਹੈ, ਅਸੀਂ ਸਾਨੂੰ ਇਹ ਨਾਮ ਨਾਲ ਜੁੜਨ ਨਾਲ ਕੀ ਮਿਲਦਾ ਹੈ। ਤੇ ਇਹਨਾਂ ਕੁਝ ਸਵਾਲਾਂ ਦੇ ਜਵਾਬ ਸਮਝਣ ਲਈ ਅਸੀਂ ਕੁਝ ਇੱਕ ਬਾਣੀ ਤੋਂ ਹੀ ਸਟਾਰਟ ਕਰਾਂਗੇ ਤੁਕਾਂ ਲੈ ਕੇ। गुरु साहब कहते नाम के धारे सगले जंत, नाम के धारे खंड ब्रह्मंड। द नाम नेम, हिज नेम, अनहद नाद जो है इज द सपोर्ट ऑफ ऑल क्रिएचर्स। द नाम इज द सपोर्ट ऑफ यूनिवर्स एंड गैलेक्सीज। ये जो नाम है गुरु साहब ने उन्होंने क्या है जिन्हें पूरे दे पूरे यूनिवर्सिस नू संभालिया होया। जो परमात्मा का सारा सिस्टम बन के बाहर आया है वो भी नाम दे विचों ही प्रगटावा है। सो नाम की महिमा बहुत ज़्यादा है। वो अखीर च अनहद नाद तक किस तरह है वो असी स्टैप बाय स्टैप समझण की कोशिश करते हैं। तो नाम इज़ द बेस एंड डिवाइन पावर बिहाइंड द एंटायर गेम ऑफ क्रिएशन। जिन्ना कुछ भी क्रिएशन चल रहा है उसके पीछे जो चल रहा है नाम के धारे सगले जंत, नाम के धारे खंड ब्रह्मंड। उसके पीछे जी गेम के पीछे जो फोर्स है, जो पावर है, जो सारा का सारा सिस्टम है वो नाम नाल जुड़िया होया है। ये सानू हमेशा ध्यान रखना। नाम इज द सुप्रीम या परमात्मा ही नाम है एक तरह नाल। वो सब कुछ असी परमात्मा का जो नाम लै रहे हैं वही एक तरह नाल असी सुप्रीम नाल जुड़न की कोशिश कर रहे हैं। हुण असी अगे देखिए इत्थे गुरु साहब कहते हर नाम धन निर्मल अत अपारा, गुरु के शब्द भरे भंडारा। हुण जो नाम है, नाम द वेल्थ ऑफ लॉर्ड्स नेम इज इमैक्यूलेट। इमैक्यूलेट बड़ी निर्मल है एंड एब्सोल्यूटली इनफाइनाइट। जिवें परमात्मा का कोई अंत नहीं उसी तरह नाम की शक्ति का भी कोई अंत नहीं है। वो कहते हुणे जिहड़ी नाम की अपार निर्मल शक्ति है ये सानू कित्थों मिलनी है। कई बार डायरैक्ट सानू नाम नहीं समझ आता, कईयां नू आ जांदा। हुण आम इंसान नू ते नाम अगर वाहिगुरु है एक वर्ड ही है सिर्फ। वो कहते गुरु के शब्द भरे भंडारा। जिहड़े गुरु के शब्दां च भंडार पे हैं उन्हां विचों तुसीं नाम नू लैके आना। दैट मीनस जदों असीं नाम नहीं समझ आ रहा असीं शब्द नू पढ़ीए, शब्द नू पढ़ांगे, शब्द नू गावांगे, शब्द की गहराई विच जावांगे, शब्दां नू अपने इमोशनल लैवल तक उठा के लैके आवांगे, फिर साडा नाम दे नाल कनैक्शन या वाइब्रेशन शुरू होंदी है। वो वैसे कई बार नहीं भी शुरू होंदी। तो सानू ये समझने कि अगर मैं नाम सिर्फ वाहिगुरु वाहिगुरु जप रहा और मैनू नहीं समझ आ रहा कि क्यों जप रहा, फिर उस दे विचकार असीं शब्द के भंडार विच ऐसी अवस्था चले जाइए कि साडे मुख तो अपने आप ही वाह निकले, अपने आप ही वाह गुरु निकले। तो गुरु के शब्द भरे भंडारा, गुरु के शब्द का भंडार पिया है। उन्हां शब्दां विचों गुरु साहब ने शब्द ते सानू पता है शब्द गुरु दे लड़ लाया, और जो नाम सानू निकल के आना गुरु के शब्दों के विचों भी निकल के आ सकता है, वो भी एक भंडार है। और फिर असी अगे चल के देखिए तो गुरु साहब कहते हैं कीर्तम नाम कथे तेरे जेहबा, सत नाम तेरा परा पूर्बला।
ਕੀਰਤਮ ਨਾਮ ਕਹਿੰਦੇ ਆ ਵਿਦ ਮਾਈ ਟੰਗ ਆਈ ਚੈਂਟ ਦ ਨੇਮਸ ਗਿਵਨ ਟੂ ਯੂ। ਉਹ ਕਿਸ ਤਰ੍ਹਾਂ ਪਰਮਾਤਮਾ ਦੇ ਜਦੋਂ ਇਨਸਾਨ ਬਹੁਤ ਸਾਰੇ ਗੁਣ ਦੇਖਦਾ, ਜਿਵੇਂ ਕਹਿੰਦੇ ਪਰਮਾਤਮਾ ਪ੍ਰਤਪਾਲਨਹਾਰ ਹੈ, ਪਰਮਾਤਮਾ ਰਾਮ ਹੈ, ਸਭ ਚ ਰਮਿਆ ਹੋਇਆ, ਪਰਮਾਤਮਾ ਹਰੀ ਹੈ, ਉਹ ਸਾਡੇ ਅਵਗੁਣਾਂ ਨੂੰ ਹਰ ਲੈਂਦਾ। ਇਹ ਕੀਰਤਮ ਨਾਮ ਨੇ। ਉਹ ਬਹੁਤ ਕਿਰਪਾਲੂ ਹੈ, ਦਿਆਲੂ ਹੈ, ਇਹ ਸਾਰੇ ਕੀਰਤਮ ਨਾਮ ਨੇ। ਉਹ ਕੀਰਤਮ ਨਾਮ ਪੂਰਨ ਪਰਮਾਤਮਾ ਨੂੰ ਨਹੀਂ ਵਿਆਖਿਆਨ ਕਰਦੇ, ਪਰਮਾਤਮਾ ਦੇ ਇੱਕ ਗੁਣ ਨੂੰ ਦੱਸਦੇ ਹਨ। ਕੀਰਤਮ ਨਾਮ ਕਥੇ ਤੇਰੇ ਜੇਬਾ, ਕਹਿੰਦੇ ਪਰਮਾਤਮਾ ਮੇਰੀ ਜੇਬਾ ਤੇ ਕੋਈ ਇੱਕ ਅੱਧ ਗੁਣ ਨੂੰ ਹੀ ਕਹਿ ਪਾਉਂਦੀ ਹੈ। ਕੋਈ ਐਸਾ ਨਹੀਂ ਕਿ ਅਸੀਂ ਪਰਮਾਤਮਾ ਦੇ ਬੇਅੰਤ ਗੁਣਾਂ ਨੂੰ ਇਕੱਠਾ ਕਹਿ ਪਾਉਂਦੇ ਹਾਂ। ਪਰ ਉਹੀ ਨਾਮ ਜਿਹੜਾ ਤੇਰਾ ਐਕਚੁਅਲ ਸਤਨਾਮ ਹੈ, ਤੇਰਾ ਪਰਾ ਪੂਰਬਲਾ ਸਤਨਾਮ ਇਜ਼ ਯੋਰ ਪਰਫੈਕਟ ਪ੍ਰਾਈਮਲ ਨੇਮ। ਉਹ ਜਿਹੜਾ ਸਤਨਾਮ ਹੈ ਉਹਨੂੰ ਅਸੀਂ ਖੋਜ ਕੇ ਹੁਣ ਬਾਹਰ ਲੈ ਕੇ ਆਣਾ। ਉਹ ਜੋ ਸਤਨਾਮ ਹੈ ਜਿਹਨੇ ਹਮੇਸ਼ਾ ਹੈ, ਹਮੇਸ਼ਾ ਰਹਿਣਾ ਹੈ। ਅੱਗੇ ਸਤ ਲੱਗ ਗਿਆ ਮਤਲਬ ਇਟਸ ਐਵਰ ਪਰਵੇਡਿੰਗ। ਹੁਣ ਸਾਨੂੰ ਸ਼ਬਦਾਂ ਦੇ ਵਿੱਚੋਂ ਚਾਹੇ ਕੀਰਤਮ ਨਾਮ ਤੋਂ ਸ਼ੁਰੂ ਕਰੀਏ, ਚਾਹੇ ਕਿਸੇ ਵੀ ਨਾਮ ਨਾਲ ਬੁਲਾਈਏ, ਸਾਨੂੰ ਉਸ ਪਰਮਾਤਮਾ ਦੇ ਨਾਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ ਜੋ ਸਾਡਾ ਅਲਟੀਮੇਟ ਨੇਮ ਪਰਮਾਤਮਾ ਦਾ ਸਤਨਾਮ ਹੈ। ਹੁਣ ਜਿਵੇਂ ਕਿ ਪਿਛਲੇ 3-4 ਸ਼ਬਦਾਂ ਨੂੰ ਅਸੀਂ ਇਕੱਠੇ ਰੱਖ ਕੇ ਦੇਖੀਏ ਤੇ ਅਸੀਂ ਜਿਵੇਂ ਸ਼ਬਦ ਤੋਂ ਸ਼ੁਰੂ ਹੋਈਏ, ਸ਼ਬਦ ਨੂੰ ਸਮਝੀਏ, ਸ਼ਬਦ ਦੀ ਗਹਿਰਾਈ ਜਾਈਏ, ਸ਼ਬਦ ਦੇ ਵਿਚਕਾਰ ਡੁੱਬ ਜਾਈਏ, ਔਰ ਫਿਰ ਜਦੋਂ ਸਾਡੇ ਇਮੋਸ਼ਨਸ ਜਾਗਣ, ਉਹ ਫਿਰ ਸਾਡੇ ਕੋਲੋਂ ਵਾਹ ਦੀ ਤੌਰ ਵਿੱਚ, ਵਾਓ ਦੀ ਤੌਰ ਦੇ ਵਿਚਕਾਰ ਆਪਣੇ ਆਪ ਬਾਹਰ ਆਉਣਗੇ। ਇਹ ਗੁਰੂ ਸਾਹਿਬ ਨੇ ਬਹੁਤ ਹੀ ਖੂਬਸੂਰਤ ਨਾਮ ਦਿੱਤਾ ਹੈ ਪਰਮਾਤਮਾ ਦੀ, ਵਾਹ ਕਹਿ ਕੇ। ਮਤਲਬ ਇਹ ਸਾਨੂੰ ਹੁਕਮ ਨਾਲ ਵੀ ਜੋੜਦਾ ਹੈ। ਸਾਡੀ ਕੋਈ ਵੀ ਅਵਸਥਾ ਹੋਏ, ਅਗਰ ਅਸੀਂ ਵਾਹ ਕਹਿ ਪਾ ਰਹੇ ਹਾਂ, ਇਹਦਾ ਮਤਲਬ ਅਸੀਂ ਪਰਮਾਤਮਾ ਦੇ ਹੁਕਮ ਵਿੱਚ ਆ ਪਾ ਰਹੇ ਹਾਂ। ਔਰ ਗੁਰੂ ਦਾ ਮਤਲਬ ਹੈ ਪਰਮਾਤਮਾ ਜਦੋਂ ਮੈਂ ਵਾਹ ਕਹਿੰਦਾ, ਮੈਨੂੰ ਹਨੇਰੇ ਤੋਂ ਰੋਸ਼ਨੀ ਦੀ ਤਰਫ ਤੂੰ ਲੈ ਕੇ ਜਾ ਰਿਹਾ ਹੈ। ਸੋ ਉਹ ਜੋ ਵਾਹਿਗੁਰੂ ਨਾਮ ਹੈ ਉਹ ਐਕਚੁਅਲ ਦੇ ਵਿੱਚ ਇੱਕ ਨਾਮ ਹੈ, ਪਰ ਅਜੇ ਵੀ ਇਹ ਸਤਨਾਮ ਨਹੀਂ ਕਹਿ ਸਕਦੇ ਇਹਨੂੰ। ਉਹ ਜੋ ਸਤਨਾਮ ਹੈ ਉਹ ਅਨਹਦ ਨਾਦ ਹੈ। ਜਦੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਜ਼ੁਬਾਨ ਵੀ ਰੁਕ ਜਾਏ ਔਰ ਇੱਕ ਅਵਸਥਾ ਹੋਏ ਕਿ ਅੰਦਰੋਂ ਦੀ ਆਪਣੇ ਆਪ ਵਾਹਿਗੁਰੂ ਚੱਲ ਰਿਹਾ, ਉਹਨੂੰ ਕਹਿਣਾ ਨਹੀਂ ਪੈ ਰਿਹਾ, ਦਿਨ ਰਾਤ 8 ਪਹਿਰ ਪਰਮਾਤਮਾ ਦੇ ਨਾਲ ਜੁੜੇ ਹੋਏ ਦੀ ਅਵਸਥਾ ਹੈ, ਤਾਂ ਇਨਸਾਨ ਉਸ ਅਨਹਦ ਨਾਸ ਜਾਂ ਸਾਊਂਡਲੈਸ ਸਾਊਂਡ ਦੇ ਨਾਲ ਜਾ ਕੇ ਜੁੜ ਜਾਂਦਾ। ਸੋ ਇਹ ਕੁਝ ਫੰਡਾਮੈਂਟਲ ਚੀਜ਼ਾਂ ਨੇ ਜੋ ਬਾਣੀ ਵਿੱਚੋਂ ਹੀ ਨਿਕਲ ਕੇ ਸਾਹਮਣੇ ਆਈਆਂ, ਔਰ ਅਸੀਂ ਇਹਨਾਂ ਨੂੰ ਅਗਰ ਗਹਿਰਾਈ ਸਮਝਣਾ ਚਾਹੁੰਦੇ ਹਾਂ ਤੇ ਅਸੀਂ ਸ਼ਬਦਾਂ ਤੋਂ ਹੀ ਸ਼ੁਰੂ ਕਰਾਂਗੇ। ਸਾਡੇ ਕੋਲ ਕੋਈ ਹੋਰ ਤਰੀਕਾ ਆਮ ਇਨਸਾਨ ਕੋਲ ਹੈ ਨਹੀਂ। ਗੁਰੂ ਨਾਨਕ ਸਾਹਿਬ ਸਿੱਧਾ ਹੀ ਅਨਹਦ ਨਾਦ ਨਾਲ ਜੁੜ ਜਾਂਦੇ ਹੋਣ, ਉਹ ਉਹਨਾਂ ਦੀ ਅਵਸਥਾ ਹੋ ਸਕਦੀ ਹੈ, ਔਰ ਕਈਆਂ ਦੀ ਹੋ ਸਕਦੀ ਹੈ। ਪਰ ਇੱਕ ਆਮ ਇਨਸਾਨ ਨੇ ਸ਼ਬਦ ਨੂੰ ਗਹਿਰਾਈ ਜਾਣਾ, ਉਹਨੂੰ ਸਮਝਣਾ, ਸਮਝਦੇ ਉਹਨਾਂ ਨਾਲ ਇਮੋਸ਼ਨਸ ਅਟੈਚ ਹੋਣੇ। ਕਈ ਵਾਰ ਦੇਖਿਆ ਹੋਣਾ ਸ਼ਬਦ ਚੱਲ ਰਿਹਾ ਹੁੰਦਾ, ਅੱਖਾਂ 'ਚੋਂ ਅਥਰੂ ਆ ਰਹੇ ਹੁੰਦੇ ਜਾਂ ਫੇਸ ਤੇ ਇੱਕ ਸਮਾਈਲ ਆ ਜਾਂਦੀ ਹੈ। ਉਹ ਇੱਕ ਬੜੀ ਨੈਚੁਰਲ ਜੀ ਆਉਂਦੀ ਜਦੋਂ ਅਸੀਂ ਸ਼ਬਦ ਦੀ ਗਹਿਰਾਈ 'ਚ ਹੁੰਦੇ, ਫੇਸ ਤੇ ਆਪਣੇ ਆਪ ਖੁਸ਼ੀ ਜੀ ਆ ਜਾਂਦੀ ਹੈ ਤੇ ਅੰਦਰੋਂ ਕਿਤੋਂ ਵਾਹ ਦੀ ਆਵਾਜ਼ ਉੱਠਦੀ ਹੈ, ਵਾਹ ਗੁਰੂ। ਉਹ ਵਾਹ ਗੁਰੂ ਕਰਦੇ ਕਰਦੇ ਵਾਹਿਗੁਰੂ ਹੋ ਜਾਂਦਾ। ਔਰ ਉਹ ਫਿਰ ਅਲਟੀਮੇਟਲੀ ਜਦੋਂ ਉਹ ਵੀ ਬੰਦ ਹੋ ਜਾਏ, ਜ਼ੁਬਾਨ ਤੋਂ ਵਾਹਿਗੁਰੂ ਕਹਿਣਾ ਵੀ ਬੰਦ ਹੋ ਜਾਏ, ਤਾਂ ਕਿਉਂਕਿ ਰੱਬ ਦਾ ਐਕਚੁਅਲ 'ਚ ਕੋਈ ਨਾਂ ਨਹੀਂ ਹੋ ਸਕਦਾ, ਉਹ ਅਨਾਮ ਹੀ ਹੈ। ਉਹ ਅਨਾਮ ਤੇ ਹੈ, ਪਰ ਅਸੀਂ ਉਹਨੂੰ ਸਤਨਾਮ ਜਾਂ ਵਾਹਿਗੁਰੂ ਨਾਮ ਦੇ ਥਰੂ ਜੁੜਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਾਨੂੰ ਹਰ ਵੇਲੇ ਅਗਰ ਯਾਦ ਰੱਖਣਾ ਹੈ ਤੇ ਜਿਵੇਂ ਕਿਸੇ ਨੂੰ ਵੀ ਅਸੀਂ ਯਾਦ ਕਰਦੇ ਹਾਂ ਤੇ ਅਸੀਂ ਉਹਦਾ ਨਾਮ ਵੀ ਸਾਹਮਣੇ ਹੀ ਆਉਂਦਾ ਤੇ ਇੱਕ ਤਰ੍ਹਾਂ ਦੀ ਨਾਮ ਇੱਕ ਸਾਡੇ ਸਾਹਮਣੇ ਮੂਰਤ ਦੇ ਤੌਰ ਤੇ ਸਾਹਮਣੇ ਆਉਂਦਾ, ਜਿਹਦੇ ਨਾਲ ਅਸੀਂ ਸਾਊਂਡਲੈਸ ਸਾਊਂਡ ਜਾਂ ਅਨਹਦ ਨਾਦ ਦੇ ਨਾਲ ਜੁੜਨਾ ਹੈ। ਇਹ ਇੱਕ ਤਰੀਕਾ ਹੈ, ਇੱਕ ਮਾਰਗ ਹੈ ਨਾਮ ਨਾਲ ਜੁੜਨ ਦਾ। ਉਹ ਜੋ ਅਨਹਦ ਨਾਦ ਹੈ ਉਹ ਅਕਲ ਕਲਾ ਭਰਪੂਰ ਰਿਹਾ। that is also source of wisdom and beauty for the entire creation। जितनी भी दुनिया च क्रिएशन की ब्यूटी है, जितनी विजडम है, टोटल विजडम है, उहदे पिछे वही नाम ही आधार है जो साउंडलैस साउंड है। अनहद नाद दा अगे ज्यों भी जिक्र आएगा, ठीक है। ये साडे कोल एक तरह की एक फील है। और ये अनहद नाद कई लोग इनू वाइब्रेशंस कह रहे ने, कोई कुछ कह रहा, पर इसका एक्चुअल स्वरूप असी नहीं समझ सकते। एक्चुअल च वाइब्रेशन है या की है, की फ्रीक्वेंसी है कि नहीं है, साइंटिफिकली कुछ किया जा रहा है, जो मर्जी कह लो, उन्होंने वर्ड्स दे विच डिफाइन नहीं किया जा सकता, उन्होंने सिर्फ ते सिर्फ महसूस किया जा सकता है। जिवें इमोशंस नूं भी असी डिफाइन नहीं कर सकते जब तक बंदे ने उस इमोशन नूं अपने आप महसूस नहीं किया, उसी तरह
जो अनहद नाद है वो भी सिर्फ महसूस करने की चीज़ है। हुण जो नाम है ये वाहिगुरु नाम असी जिवें साडे लई वाहिगुरु नाम दिता गया है, it introduces the spiritual and emotional aspect into the actions. Not only कि असी जिहड़े साडे इमोशंस सामने बाहर आ रहे हैं ये सानू एक्शन वल भी लैके जाण, कहण दा मतलब नाम साडा हुण किरत करो वंड छको वल भी सानू प्रेरित करेगा। the background noise please mute yourself। तो ਇਹ ਅਸੀਂ ਹੁਣ ਥੋੜਾ ਜਿਹਾ ਦੇਖਦੇ ਹਾਂ ਕਿ ਨਾਮ ਜਪਣ ਦੇ ਨਾਲ ਕੀ ਕੁਝ ਹੁੰਦਾ ਹੈ ਜੋ ਬਾਣੀ ਦੇ ਵਿੱਚ ਲਿਖਿਆ ਹੈ, ਔਰ ਹਰ ਇੱਕ ਜੋ ਅਸੀਂ ਡਿਸਕਸ ਕਰਾਂਗੇ ਉਹਦੇ ਪਿੱਛੇ ਬਾਣੀ ਦੇ ਵਿੱਚ ਸ਼ਬਦ ਹਨ। ਇਹ ਪਰਫੈਕਟ ਕਨੈਕਟ ਬਿਟਵੀਨ ਲਾਈਫ ਐਂਡ ਪ੍ਰਭੂ ਨਾਲ ਰੂਹਾਨੀਅਤ ਸੰਪਰਕ ਸਥਾਪਿਤ ਕਰਦਾ ਹੈ। ਇਹਦੇ ਨਾਲ ਸਾਡੀ ਜ਼ਮੀਰ ਜਾਗਦੀ ਹੈ। ਇਟ ਐਸਟੈਬਲਿਸ਼ਿਸ ਸਪਿਰਿਚੁਅਲ ਕਨੈਕਟ ਵਿਦ ਦ ਲਾਰਡ। ਇੱਕ ਤੇ ਇਹਦਾ ਇਹ ਕਨੈਕਟ ਦਾ ਸਾਨੂੰ ਇਹ ਬੈਨੀਫਿਟ ਹੈ। दूसरा है सानू हर चीज अते हर जगह विच उसकी मौजूदगी अते हुक्म महसूस कराउंदा है। सो इट मेक्स अस फील हिज प्रेजेंस इन एवरीथिंग एंड कमांड आल्सो एवरीवेयर वी फाइंड दैट ही इज प्रेजेंट। सो ये नाम दा सानू एक सेकंड कह सकते हो बेनीफिट है, मतलब नंबर से नहीं जाइए कि ये नाम दा एक बेनीफिट है। फिर उस दियां अणगिणत शक्तियां भी दर्शाउंदा है। जिहड़ियां असीं किरतम नाम दिते हैं वो सारे दे सारे नाम मिल के भी एक तरह दियां उहदियां इनन्यूमरेबल पावर जिहड़ियां ना इक्को नाम विच समा जांदियां, क्योंकि असीं एक नाम दे विच बेअंत पावर नूं कहण दा होर कोई तरीका नहीं। जे इक्को ही नाम सानूं वाहगुरू किहा सी, जदों वाह कह रहे हां उस वाह दे विच उहदियां सारियां इनन्यूमरेबल पावर्स भी दिखाई देंदियां हन। साडे ज़मीर द्वारा उसदे हुक्म नूं सुनन लई सानू मार्गदर्शन करता है। सो इट गाइड्स अस टू लिसन हिज कमांड थ्रू आवर कॉन्शियस। हुण साडी आत्मिक अवस्था अगर उच्ची होएगी तो की सानू सुनना है, जिहदे लई सुने दियां 4 पौड़ियां भी हन। वो जो व्यक्ति नाम नाल जुड़िया होया है उन्होंने ही वो सुनदियां हन। असीं सोचदे हां साडे जीवन च ते सुन के कुछ आया ही नहीं अजे तक, सुनते असी भी बहुत कुछ रहे हैं पर साढ़े जीवन से कोई फर्क नहीं आता। पर जब तक वो कॉन्शियस अवेकनिंग नहीं होएगी वो आत्मा तो उठी हुई इस आवाज़ नूं ही असी सुनना है। और जदों वो सुनते हैं फिर सानू सुनिया दियां पौड़ियां दा एक्चुअल महत्व भी समझ आता है। उहदे लई भी नाम ही बेस है। सानू 5 विकारां तो दूर रख के साडे मार्ग नूं स्पष्ट करन विच सहायता करता है। ये ते मतलब असीं जानते ही हाँ कि जो 5 विकार हैं काम क्रोध लोभ मोह अहंकार, ज्यों ज्यों असीं नाम दे नाल जुड़दे हां वो 5 विकार अपने आप दूर होंदे चले जाते हैं। ये 5 महाबली भी आया वर्ड, महाबलियां साडे तो छुटते चले जाते हैं और इंसान बड़ी साफ सुथरी जिंदगी च एंटर करता है। ये नाम जो है साडे संसारी नाम नूं उस दे नाम नाल बदल के साडे हंकार नूं भी खत्म करता है। जदों असीं जितना परमात्मा दा नाम लैंदे आ फिर इंसान यही कहंदा ये वो करवा रहा जी, मैनू तो पता ही नहीं, ये सब उहदी ही मैं जो होया मैनू तो कुछ है नहीं। मतलब आहिस्ता आहिस्ता साडा नाम डाइल्यूट होंदे होंदे खत्म हो रहा होंदा है, सैल्फलैसनैस दी अवस्था आ रही होंदी है और उसी दा नाम हर जगह प्रगटावा दे तौर ते सानू दिखाई दे रहा होंदा है। और फाइनली साडे अंदर वो इस तरह वस जाता है, इट सैटल्स डाउन एज ए साउंडलैस साउंड विद इन अस। वो दिन रात साउंडलैस साउंड इंसान दे अंदर फिर वसी हुई होंदी है। और एक कुछ को असी क्वालिटीज इत्थे लिखियां नाम दे फायदे, पर नाम दे फायदे भी बेअंत हैं। ये असी ब्रॉडली वो लेने जिन्होंने असी समझ सकते हैं, पर जेड़े इस मार्ग ते चलते हैं वो इहदे बेअंत फायदियां दी गल करते हैं। सो एक चीज़ होर भी है कि दुनिया दियां जितनियां भी थियोलॉजीज हैं, जितने भी धर्म ते चलन दे मार्ग या रस्ते हैं, जितने संत महात्मा आए उन्होंने सारियां दे नाम की गल की है। सरप्राइजिंगली नाम की गल सिर्फ सिख धर्म विच नहीं है, नाम की गल करीब करीब हर धर्म ने की है कि उहदा नाम लवो, उहदा नाम लो। जितने दुनिया महापुरुष संत महात्मा हुए हैं दैट मीन्स उन्होंने नाम दे रस्ते नूं ही सब नाल इंपॉर्टेंट रस्ता समझा जिदे थ्रू कि असी परमात्मा नाल कनैक्ट होंदे हां। पर गुरु साहबान ने सानू इत्थे काफ़ी खोल के विस्तार दे विच नाम दे गुणां दा दस्सिया, नाम दे फायदे दस्से हैं, नाम नाल किवें जुड़ सकदे हां। शब्द दिता है, शब्द गुरु दिता है। साडे लई नाम तक दा थोड़ा रस्ता बहुत सौखा करके पकड़ाया।
ਤੇ ਇਸ ਕਰਕੇ ਸਾਡੇ ਲਈ ਜੋ ਨਾਮ ਦੀ ਮਹੱਤਤਾ ਸਿਰਫ ਨਾਮ ਕਹਿਣਾ ਨਹੀਂ ਹੈ, ਨਾਮ ਦਾ ਪੂਰਾ ਇੱਕ ਮਾਰਗ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ। ਤੇ ਹੁਣ ਅਸੀਂ ਇੱਕ ਦੋ ਐਗਜ਼ਾਮਪਲ ਲੈਂਦੇ ਹਾਂ। ਸਾਡੀਆਂ ਭਾਵਨਾਵਾਂ ਸਾਡੇ ਕੰਮਾਂ ਤੇ ਅਸਰ ਪਾਉਂਦੀਆਂ। ਜੋ ਇਤਨੇ ਵੀ ਇਮੋਸ਼ਨਸ ਹੈ, ਅਸੀਂ ਜਦੋਂ ਵੀ ਐਕਸ਼ਨ ਚਾਹੁੰਦੇ ਹਾਂ ਉਹਦੇ ਪਿੱਛੇ ਸਾਡੇ ਇਮੋਸ਼ਨਸ ਜੁੜੇ ਹੋਏ ਹੁੰਦੇ। ਇਮੋਸ਼ਨਸ ਆਰ ਵੈਰੀ ਇੰਪੋਰਟੈਂਟ। ਅਸੀਂ ਇਮੋਸ਼ਨਸ ਨੂੰ ਗਲਤ ਸੈਂਸ 'ਚ ਨਾ ਲਈਏ। ਇਮੋਸ਼ਨਲ ਹੋਣਾ ਕੁਝ ਵੀ ਗਲਤ ਨਹੀਂ ਹੈ। ਹੁਣ ਫਰਕ ਕੀ ਪੈ ਰਿਹਾ ਹੈ? ਗੁਰੂ ਸਾਹਿਬ ਕਹਿੰਦੇ ਹਨ, ਨਾਮ ਇਜ਼ ਇਮੋਸ਼ਨ ਇਫੈਕਚੁਏਟਰ, ਇਮੋਸ਼ਨਸ ਨੂੰ ਜਗਾਉਂਦਾ ਹੈ। ਰੰਗ ਹਸੈ ਰੰਗ ਰੋਵੇ ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੈ ਕੇਰੀ ਬਾਜ ਸੱਚੇ ਨਾਹ। ਉਹ ਜੋ ਸੱਚੇ ਦੇ ਨਾਂ ਨਾਲ ਜੁੜਿਆ ਹੈ ਉਹਨੂੰ ਕਿਸੇ ਦੀ ਪਰਵਾਹ ਨਹੀਂ। ਹੁਣ ਤੇ ਉਹ ਰੰਗ, ਉਹ ਪਤਾ ਨਹੀਂ ਕਦੋਂ ਹੱਸ ਰਿਹਾ ਹੁੰਦਾ, ਕਦੋਂ ਉਹ ਰੋ ਰਿਹਾ ਹੁੰਦਾ, ਔਰ ਕਦੀ ਚੁੱਪ ਵੀ ਕਰ ਜਾਂਦਾ। ਉਹਦੇ ਇਤਨੇ ਜੈਨੂਇਨ ਇਮੋਸ਼ਨਸ ਹਨ ਕਿ ਜੋ ਸਾਡੇ ਇਮੋਸ਼ਨਸ ਦੁਨੀਆ ਚੀਜ਼ਾਂ ਨਾਲ ਲੱਗੇ ਆ, ਉਹ ਗਲਤ ਤਰੀਕੇ ਨਾਲ ਲੱਗੇ ਆ। ਕਦੀ ਸਾਡੇ ਇਮੋਸ਼ਨਸ, ਪੈਸਾ ਗੁੰਮ ਜਾਂਦਾ ਤੇ ਅਸੀਂ ਬੜੇ ਦੁਖੀ ਹੋ ਜਾਂਦੇ ਹਾਂ, ਜਾਂ ਕੁਝ ਸੰਕਟ ਜਿਹਾ ਸਾਨੂੰ ਲੱਗਦਾ ਹੈ ਤੇ ਅਸੀਂ ਬੜੇ ਪਰੇਸ਼ਾਨ ਹੁੰਦੇ ਹਾਂ। ਅਸੀਂ ਇਮੋਸ਼ਨ ਗਲਤ ਜਗ੍ਹਾ ਤੇ ਇਨਵੈਸਟ ਕਰਦੇ ਹਾਂ। ਇਮੋਸ਼ਨ ਸਾਡੇ ਵੀ ਹੈ, ਪਰ ਜੋ ਨਾਮ ਨਾਲ ਜੁੜਦਾ ਉਹਦੇ ਇਮੋਸ਼ਨਸ ਪਿਓਰ ਕਲੀਨ ਇਮੋਸ਼ਨ ਹੈ, ਜਿਵੇਂ ਕਿ ਹੋਣੇ ਚਾਹੀਦੇ ਆ। ਉੱਥੇ ਮੁਸਕਰਾ ਰਿਹਾ ਜਿੱਥੇ ਮੁਸਕਰਾਣਾ ਚਾਹੀਦਾ ਹੈ, ਉੱਥੇ ਉਹਦੀਆਂ ਅੱਖਾਂ 'ਚ ਅਥਰੂ ਆਉਂਦੇ ਆ ਜਿੱਥੇ ਉਹਨੂੰ ਰੋਣਾ ਚਾਹੀਦਾ ਹੈ। ਸੋ ਚੁੱਪ ਵੀ ਕਰ ਜਾਏਗਾ, ਉਹ ਕਹੇਗਾ ਹੁਣ ਇੱਥੇ ਚੁੱਪ ਰਹਿਣਾ ਹੀ ਠੀਕ ਹੈ। ਸੋ ਗੁਰੂ ਸਾਹਿਬ ਕਹਿੰਦੇ ਆ ਜਿਹੜਾ ਨਾਂ ਨਾਲ ਜੁੜਿਆ ਹੋਇਆ ਉਹਨੂੰ ਕਿਸੇ ਦੀ ਪਰਵਾਹ ਵੀ ਨਹੀਂ ਹੁੰਦੀ, ਉਹ ਉਹਨਾਂ ਡਿਟੈਚਡ ਹੈ। ਜਿਹਨੂੰ ਦੂਸਰਿਆਂ ਦੀ ਪਰਵਾਹ ਨਹੀਂ, ਉਹ ਆਪਣੇ ਆਪ ਤੋਂ ਵੀ ਬੇਪਰਵਾਹ ਹੈ, ਉਹ ਸੈਲਫਲੈਸ ਹੋ ਹੀ ਜਾਂਦਾ। ਔਰ ਬੜੇ ਸੋਹਣੇ ਸ਼ਬਦਾਂ 'ਚ ਦੱਸਿਆ ਇਹ, ਜਿਵੇਂ ਕਿ ਅਸੀਂ ਆਸਾ ਦੀ ਵਾਰ ਵਿੱਚ ਦੇਖਦੇ ਹਾਂ। ਸੋ ਏ ਲਾਈਫ ਵਿਦਆਊਟ ਜੈਨੂਇਨ ਐਂਡ ਟਰੂ ਇਮੋਸ਼ਨ ਇਜ਼ ਲਾਈਕ ਏ ਵੈਜੀਟੇਬਲ। ਇਮੋਸ਼ਨ ਹੋਣੇ ਬਹੁਤ ਜ਼ਰੂਰੀ ਹੈ, ਨਹੀਂ ਤੇ ਅਸੀਂ ਬਿਲਕੁਲ ਵੈਜੀਟੇਬਲ ਦੀ ਤਰ੍ਹਾਂ ਹੋ ਜਾਵਾਂਗੇ। So emotions make us genuine and internally strong to initiate action. ਹੁਣ ਜੇ ਇਮੋਸ਼ਨ ਸਾਡੇ ਕਲੀਨ ਔਰ ਪਿਓਰ ਹੋਣਗੇ ਤੇ ਅਸੀਂ ਐਕਸ਼ਨਸ ਵੀ ਜ਼ਰੂਰ ਲੈਣਾ ਚਾਹਾਂਗੇ, ਐਂਡ ਦੈਨ ਅਸੀਂ ਪਾਥ ਤੇ ਆ ਸਕਦੇ ਹਾਂ। ਸੋ ਜੋ ਨਾਮ ਵਾਲਾ ਪਾਰਟ ਹੈ, ਜੋ ਅਸੀਂ ਕਹਿ ਰਹੇ ਸੀ ਇੱਕ ਹੈ, ਉਹ ਕਿਰਤ ਕਰੋ ਵੰਡ ਛਕੋ ਤੇ ਉਹਦੀ ਪੂਰੀ ਰਿਫਲੈਕਸ਼ਨ ਆਉਣੀ ਸ਼ੁਰੂ ਹੁੰਦੀ ਹੈ। ਸੋ ਨਾਮ ਸਿਰਫ ਨਾਮ ਤੱਕ ਨਹੀਂ ਰੁਕਿਆ, ਉਹ ਦੋਨਾਂ ਦਾ ਆਪਸ ਕਨੈਕਟ ਹੈ। ਹਾਲਾਂਕਿ ਨਾਮ ਜਿਹੜਾ ਅਸੀਂ ਸੋਲ ਨਾਲ ਹੀ ਕਨੈਕਟ ਕੀਤਾ ਹੈ, ਪਰ ਉਹ ਸਾਡੀ ਆਤਮਾ, ਸਾਡੇ ਬੋਡੀ ਐਂਡ ਸਾਡੀ ਮਾਈਂਡ ਨੂੰ ਵੀ ਪ੍ਰਭਾਵਿਤ ਕਰ ਰਹੀ ਹੁੰਦੀ ਹੈ। ਨਾਮ ਐਜ਼ ਏ ਕਲੀਨਸਰ ਟੂ ਗਿਵ ਪੀਸ। ਨਾਮ ਧਿਆਇਨ ਸੁਖ ਫਲ ਪਾਇਨ, ਆਠ ਪੈਰ ਆਰਾਧੇ, ਤੇਰੀ ਸਰਣ ਤੇਰੇ ਪਰਵਾਸੇ, ਪੰਜ ਦੁਸ਼ਟ ਲੈ ਸਾਧੇ। ਬੜੇ ਸਪਸ਼ਟ ਮੀਨਿੰਗ ਹੈ, ਮੈਂ ਇਹਨੂੰ ਜ਼ਿਆਦਾ ਐਕਸਪਲੇਨ ਵੀ ਨਹੀਂ ਕਰਾਂਗਾ। ਜਿਹੜੇ ਨਾਮ ਨੂੰ ਧਿਆਉਂਦੇ ਨੇ ਉਹ ਸੁੱਖ ਦਾ ਫਲ ਪਾ ਰਹੇ ਹੁੰਦੇ ਨੇ, ਔਰ ਅੱਠੋਂ ਪੈਰ ਫਿਰ ਉਹ ਅਨਹਤ ਨਾਦ ਦੀ ਅਵਸਥਾ 'ਚ ਅਗਰ ਚਲੇ ਜਾਂਦੇ ਆ। ਸੋ ਤੇਰੀ ਸ਼ਰਨ, ਉਹਨੂੰ ਉਹਨਾਂ ਦਾ ਹੀ ਸ਼ਰਨ, ਉਹਨਾਂ ਦਾ ਪਰਵਾਸਾ ਹੁੰਦਾ ਹੈ। ਔਰ ਪੰਜ ਦੁਸ਼ਟ ਜਿਹੜੇ ਨੇ ਸਾਧ ਚੁੱਕੇ ਹੁੰਦੇ ਨੇ। ਪੰਜ ਦੁਸ਼ਟਾਂ ਤੋਂ ਉਹ ਆਪਣੇ ਆਪ ਨੂੰ ਛੁਟਕਾਰਾ ਪਾ ਚੁੱਕੇ ਹੁੰਦੇ ਆ। ਜਿਨ੍ਹਾਂ ਨੇ ਪੰਜ ਦੁਸ਼ਟਾਂ ਤੋਂ ਛੁਟਕਾਰਾ ਪਾ ਲਿਆ, ਉਹਨਾਂ ਦੇ ਫਿਰ ਜਿਹੜੇ ਕਰਮ ਹੈ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹੁੰਦੇ। ਸੋ ਇਹਨੂੰ ਮੈਂ ਡਿਟੇਲ 'ਚ ਨਹੀਂ ਦੱਸਣ ਦੀ ਲੋੜ, ਆਈ ਥਿੰਕ ਇਹ ਸਾਰੇ ਸਮਝਦੇ ਵੀ ਹਨ 5 ਵਾਇਸਿਸ ਕੀ ਹਨ, ਔਰ ਨਾਮ ਨਾਲ ਜੁੜਨ ਨਾਲ ਸਾਡੀ ਜੋ ਵੈਲਿਊ ਬੇਸਡ ਲਾਈਫ ਹੈ ਉਹ ਸ਼ੁਰੂ ਹੋ ਜਾਂਦੀ ਹੈ। ਹੁਣ ਇੱਕ ਕੁਐਸਚਨ ਇਹ ਆਉਂਦਾ, ਇਹ ਕੁਐਸਚਨ ਬੜਾ ਇੰਪੋਰਟੈਂਟ ਹੈ, ਔਰ ਸਾਨੂੰ ਕਿਸੇ ਬੱਚੇ ਨੇ ਹੀ ਪੁੱਛਿਆ ਸੀ। ਕਹਿੰਦੇ ਵਾਈ ਡਜ਼ ਗੋਡ ਵਾਂਟ ਅਸ ਟੂ ਰਿਮੈਂਬਰ ਹਿਮ। ਜੇ ਅਸੀਂ ਨਾਮ ਦੀ ਗੱਲ ਕਰ ਰਹੇ ਹਾਂ, ਪਰਮਾਤਮਾ ਨੇ ਐਸਾ ਸਿਸਟਮ ਕਿਉਂ ਬਣਾਇਆ ਕਿ ਅਸੀਂ ਉਹਨੂੰ ਯਾਦ ਕਰੀਏ ਤੇ ਪਰਮਾਤਮਾ ਖੁਸ਼ ਹੋ ਜਾਂਦਾ ਐਂਡ ਹੀ ਇਜ਼ ਪਲੀਜ਼ਡ। ਅਸੀਂ ਕਹਿੰਦੇ ਹਾਂ ਪਰਮਾਤਮਾ ਦਾ ਨਾਮ ਲਓ, ਪਰਮਾਤਮਾ ਖੁਸ਼ ਹੋ ਕੇ ਤੁਹਾਨੂੰ ਦੇਗਾ। ਤੇ ਇਹ ਗੱਲ ਕਿਤੇ ਨਾ ਕਿਤੇ ਪੂਰੇ ਸਿਸਟਮ ਨਾਲ ਤੇ ਇਦਾਂ ਲੱਗਦਾ ਵੀ ਕੰਟਰਡਿਕਟ ਕਰ ਰਹੀ ਹੈ। ਆਫਟਰ ਆਲ ਇੱਕ ਸਿਸਟਮ ਤੇ ਹੈ ਹੀ ਹੈ ਨਾ, ਜਿਹਨੂੰ ਅਸੀਂ ਕਹਿੰਦੇ ਨਾਮ ਲਓ, ਪਰਮਾਤਮਾ ਖੁਸ਼ ਹੋਏਗਾ, ਪਰਮਾਤਮਾ ਤੁਹਾਨੂੰ ਦੇਗਾ ਸਭ ਕੁਝ। ਔਰ ਇੱਕ ਤਰ੍ਹਾਂ ਦੀ ਜੋ ਸਾਰੀ ਫਿਲਾਸਫੀ ਹੈ ਉੱਥੇ ਨਾ ਕਿਤੇ ਕੰਟਰਡਿਕਸ਼ਨ ਵੀ ਨਜ਼ਰ ਆਉਂਦੀ ਹੈ ਇੱਥੇ। ਪਰ ਰਿਐਲਿਟੀ ਕੀ ਸਾਨੂੰ ਇਹ ਸਮਝਣਾ। ਗੁਰੂ ਸਾਹਿਬ ਕਹਿੰਦੇ ਆ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। His blessings are so abundant that there can be no count of them. ਉਹਨਾਂ ਨੂੰ ਅਸੀਂ ਗਿਣ ਨਹੀਂ ਸਕਦੇ, ਇਤਨੀਆਂ ਬਖਸ਼ਿਸ਼ਾਂ ਨੇ। ਔਰ ਵਾਪਸੀ ਤੇ ਕੀ ਹੈ, ਉਹਨੂੰ ਇੱਕ ਤਿਲ ਦੇ ਬਰਾਬਰ ਵੀ ਤਮਾ ਨਹੀਂ ਹੈ ਕਿ ਅਸੀਂ ਵਾਪਸ ਕਰੀਏ ਉਹਨੂੰ। ਇਸ ਕਰਕੇ ਅਸੀਂ ਕਦੀ ਅਗਰ ਇਹ ਕਹੀਏ ਕਿ ਪਰਮਾਤਮਾ ਨੂੰ ਯਾਦ ਕਰੋ, ਪਰਮਾਤਮਾ ਖੁਸ਼ ਹੋਏਗਾ, ਉਹ ਫਿਲਾਸਫੀ ਦੇ ਅਗੇਂਸਟ ਹੈ। ਸਾਨੂੰ ਧਿਆਨ ਰੱਖਣਾ ਪਏਗਾ। ਪਰਮਾਤਮਾ
ਨਾਮ ਲਵੋ ਉਹ ਨਾ ਖੁਸ਼ ਹੋਏਗਾ ਨਾ ਉਹ ਪਰੇਸ਼ਾਨ ਹੋਏਗਾ। ਉਹ ਵੱਡਾ ਨਾ ਹੋਵੇ ਘਾਟ ਨਾ ਜਾਏ ਅਵਸਥਾ ਵਿੱਚ ਹੈ, ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਤੁਸੀਂ ਨਾਮ ਲਵੋ ਕਿ ਨਹੀਂ ਲਵੋ। ਫਿਰ ਨਾਮ ਦਾ ਫਿਰ ਦੇਖਿਆ ਜਾਏ ਤੇ ਫਿਰ ਅਸੀਂ ਕਿਉਂ ਇਤਨਾ ਐਮਫੈਸਿਸ ਹੈ। We chant his name to connect with him and acquire his qualities. ਵਿਣ ਗੁਣ ਕੀਤੇ ਭਗਤ ਨਾ ਹੋਏ। ਮੈਂ ਜਿਹਦੇ ਵਰਗਾ ਹੋਣਾ ਚਾਹੁੰਦਾ, ਮੈਂ ਉਹਦੀਆਂ ਕੁਆਲਿਟੀਜ਼ ਨੂੰ ਸਮਝਣ ਲਈ ਉਹਦੇ ਨਾਮ ਨਾਲ ਜੁੜਦਾ, ਉਹਦੇ ਚੋਂ ਬੇਅੰਤ ਕੁਆਲਿਟੀਜ਼ ਬਾਹਰ ਆਉਂਦੀਆਂ, ਮੈਨੂੰ ਉਹ ਕੁਆਲਿਟੀਜ਼ ਉਠਾਣੀਆਂ। ਪਰਮਾਤਮਾ ਨੇ ਤੇ ਕੋਈ ਖੁਸ਼ ਨਹੀਂ ਹੋਣਾ ਨਾ ਦੁਖੀ ਹੋਣਾ। ਅਸੀਂ ਯਾਦ ਰੱਖੀਏ, ਅਸੀਂ ਕਿਤੇ ਗਲਤ ਰੈਫਰੈਂਸ ਨਾ ਦੇ ਜਾਈਏ। ਸਾਡੇ ਯਾਦ ਰੱਖਣ ਨਾਲ ਪਰਮਾਤਮਾ ਤੇ ਕੋਈ ਤਿਲ ਵਰਗਾ ਫਰਕ ਨਹੀਂ ਪੈਂਦਾ, ਨਾ ਹੀ ਉਹਨੂੰ ਸਾਡੇ ਕੋਲੋਂ ਤਿਲ ਵਰਗੀ ਕੋਈ ਉਮੀਦ ਹੈ। ਉਹ ਜੋ ਵੀ ਕਰ ਰਹੇ ਹਾਂ ਅਸੀਂ ਆਪਣੇ ਹੀ, ਤਾਂ ਕਿ ਅਸੀਂ ਕਿਸੇ ਇਨਸਾਨ ਦੇ ਨਾਲ ਕਿਉਂ ਜੁੜਨਾ ਚਾਹੁੰਦੇ ਹਾਂ, ਕਿਉਂਕਿ ਅਗਰ ਅੱਛਾ ਇਨਸਾਨ ਹੈ ਯਾਰ, ਉਹਦੇ ਕੋਲ ਜਾਇਆ ਕਰੀਏ, ਉਹਦੇ ਕੋਲ ਬੈਠੀਏ, ਉਹਦੇ ਕੋਲ ਸਮਝੀਏ, ਉਹਦੇ ਕੋਲ ਸਾਰੇ ਗੁਣ ਨੇ, ਅਸੀਂ ਕਿਉਂ ਬੈਠਦੇ ਹਾਂ? ਉਸ ਇਨਸਾਨ ਨੂੰ ਫਰਕ ਨਹੀਂ ਪੈਂਦਾ, ਫਰਕ ਸਾਨੂੰ ਪੈਂਦਾ। ਸੋ ਇਹੀ ਸਾਨੂੰ ਧਿਆਨ ਰੱਖਣਾ। ਔਰ ਇਹਦੇ ਲਈ ਇੱਕ ਐਗਜ਼ਾਮਪਲ ਹੋਰ ਵੀ ਹੈ ਕਿ ਮੰਨ ਲਓ ਸਾਡੇ ਕੋਲ ਇੱਕ ਫੁੱਲ ਪਿਆ ਹੋਇਆ, ਤੇ ਜੇ ਅਸੀਂ ਫੁੱਲ ਦੀ ਤਾਰੀਫ ਕਰਦੇ ਹਾਂ, ਕਿ ਫੁੱਲ ਨੂੰ ਕੋਈ ਫਰਕ ਪੈਂਦਾ ਜਾਂ ਉਹਦੀ ਖੁਸ਼ਬੂ ਦੀ ਜਾਂ ਉਹਦੀ ਖੂਬਸੂਰਤੀ? ਫੁੱਲ ਨੂੰ ਕੋਈ ਫਰਕ ਨਹੀਂ ਪੈਂਦਾ। ਫਰਕ ਸਾਡੀ ਆਤਮਾ ਨੂੰ ਪੈਂਦਾ। ਜੇ ਅਸੀਂ ਉਹਦੀ ਤਾਰੀਫ ਕਰ ਪਾਏ, ਮਤਲਬ ਸਾਡੇ 'ਚ ਉਹ ਗੁਣ ਹੁਣ ਆਉਣੇ ਚਾਹੀਦੇ ਆ ਕਿ ਸਾਡੇ ਵਿੱਚ ਵੀ ਖੁਸ਼ਬੂ ਹੋਏ, ਸਾਡੇ 'ਚ ਵੀ ਖੂਬਸੂਰਤੀ ਹੋਏ। ਫੁੱਲ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਜਦੋਂ ਕੋਈ ਬੱਚੇ ਇਹ ਪੁੱਛਣ ਕਿ ਪਰਮਾਤਮਾ ਨੇ ਇਦਾਂ ਦਾ ਸਿਸਟਮ ਕੀ ਬਣਾ ਦਿੱਤਾ ਕਿ ਉਹਨੂੰ ਯਾਦ ਕਰੋ ਤੇ ਉਹ ਖੁਸ਼ ਹੁੰਦਾ, ਪਰਮਾਤਮਾ ਕੋਈ ਖੁਸ਼ ਨਹੀਂ ਹੁੰਦਾ, ਕੋਈ ਦੁਖੀ ਨਹੀਂ ਹੁੰਦਾ। ਸਿਰਫ ਸਾਡੀ ਆਤਮਿਕ ਅਵਸਥਾ ਬਦਲਦੀ ਹੈ। ਸਾਨੂੰ ਸਿਰਫ ਤੇ ਸਿਰਫ ਇੰਨਾ ਧਿਆਨ ਰੱਖਣਾ, ਕਿਉਂਕਿ ਕਈ ਵਾਰ ਛੋਟੀਆਂ-ਛੋਟੀਆਂ ਚੀਜ਼ਾਂ ਸਾਨੂੰ ਭੁਲੇਖੇ ਦੇ ਜਾਂਦੀਆਂ ਔਰ ਫਿਰ ਅਸੀਂ ਗਲਤ ਮੀਨਿੰਗ ਕੱਢ ਲੈਂਦੇ ਹਾਂ ਕਿ ਪਰਮਾਤਮਾ ਨੂੰ ਚਲੋ ਖੁਸ਼ ਕਰੀਏ। ਕੋਈ ਕਹਿੰਦਾ ਲੋ ਜੀ ਨੂੰ 10% ਆਪਣਾ ਦਸਵੰਧ ਦੇ ਦਿਓ, ਪਰਮਾਤਮਾ ਖੁਸ਼ ਹੋ ਜਾਏਗਾ। ਉਹ ਕੋਈ ਪਰਮਾਤਮਾ ਨੂੰ ਫਰਕ ਨਹੀਂ ਪੈਣ ਵਾਲਾ। ਫਰਕ ਜਿੰਨਾ ਵੀ ਪੈਣਾ ਸਿਰਫ ਸਾਨੂੰ ਪੈਣਾ। ਨਾਮ ਜਪੋ ਦੀ ਗੱਲ ਹੋ ਗਈ। ਹੁਣ ਅਸੀਂ ਕਿਰਤ ਕਰੋ ਔਰ ਵੰਡ ਛਕੋ ਤੇ ਡਿਸਕਸ਼ਨ ਸ਼ੁਰੂ ਕਰਦੇ ਹਾਂ। ਔਰ ਕਿਰਤ ਕਰੋ ਵੰਡ ਛਕੋ ਜਿਹੜੇ ਨੇ, ਇਹ ਨਾਮ ਜਪੋ ਤੇ ਉੱਤੇ ਤੁਹਾਡੇ ਕੁਐਸਚਨਸ ਵੀ ਹੋਣਗੇ ਜਿਹੜੇ ਅਸੀਂ ਡਿਸਕਸ ਕਰ ਸਕਦੇ ਹਾਂ। ਔਰ ਇਹ ਪੂਰੇ ਜੋ 2 ਟੌਪਿਕ ਹੈ ਅਸੀਂ ਮੋਡਿਊਲ 6 ਔਰ ਮੋਡਿਊਲ 7 ਦੇ ਵਿੱਚ ਲਵਾਂਗੇ, ਪਰ ਅੱਜ ਇਹਨਾਂ ਦਾ ਇੱਕ ਇੰਟਰੋਡਕਸ਼ਨ ਹੈ। ਅਸੀਂ ਕਿਰਤ ਕਰੋ ਵੰਡ ਛਕੋ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੈਲਫਲੈਸਨੈਸ ਦੀ, ਜੋ ਅਸੀਂ ਕਿਹਾ ਸੀ ਲਵ ਫॉर ਹਿਸ ਕ੍ਰੀਏਸ਼ਨ, ਔਰ ਇੱਕ ਟਰਸਟਵਰਦੀਨੈਸ ਹੈ ਲਵਡ ਬਾय ਹਿਸ ਕ੍ਰੀਏਸ਼ਨ। ਤੋ ਵੈਲਿਊ ਸਿਸਟਮ ਐਂਡ ਵਰਚੂ ਸਿਸਟਮ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਤੇ ਅੱਜ ਅਸੀਂ ਗੱਲ ਕਰਾਂਗੇ ਚੰਗਿਆਈਆਂ ਦੀ, ਜੋ ਕਿ ਸੈਲਫਲੈਸਨੈਸ ਇਜ਼ ਦਾ ਅਲਟੀਮੇਟ ਚੰਗਿਆਈ, ਅਲਟੀਮੇਟ ਵੈਲਿਊ ਫॉर ਐਨੀਬਡੀ। ਤੇ ਅਸੀਂ ਇਹ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਟਰਸਟਵਰਦੀਨੈਸ ਜਾਂ ਭਰੋਸਾ, ਦੈਟ ਇਜ਼ ਦਾ ਅਲਟੀਮੇਟ ਵਰਚੂ ਆਫ ਐਨੀ ਇੰਡੀਵਿਜੂਅਲ, ਕਿ ਉਸ ਤੇ ਇਨਸਾਨ ਹਰ ਕੋਈ ਭਰੋਸਾ ਕਰਦਾ ਹੈ। ਸੋ ਟਰੂਥਫੁਲ ਲਿਵਿੰਗ ਦੇ ਮਾਰਗ ਤੇ ਸਾਡੇ ਕੋਲ ਹੁਣ 3 ਚੀਜ਼ਾਂ ਜੋ ਅਸੀਂ ਰਿਪੀਟਡਲੀ ਕਹਿ ਰਹੇ ਹਾਂ, ਲਵ ਫॉर ਹਿਮ, ਲਵ ਫॉर ਹਿਸ ਕ੍ਰੀਏਸ਼ਨ ਐਂਡ ਲਵਡ ਬਾय ਹਿਸ ਕ੍ਰੀਏਸ਼ਨ। ਅਸੀਂ ਗੱਲ ਕਰਨ ਜਾ ਰਹੇ ਹਾਂ ਵੈਲਿਊ ਸਿਸਟਮ ਦੀ। ਵੈਲਿਊ ਸਿਸਟਮ ਕਿਸ ਤਰ੍ਹਾਂ ਬਿਲਡਅਪ ਹੁੰਦਾ ਹੈ। ਸੈਲਫਲੈਸਨੈਸ ਇੱਕ ਵਰਡ ਹੈ, ਪਰ ਸੈਲਫਲੈਸਨੈਸ ਆਏਗੀ ਕਿੱਥੋਂ? ਜੇ ਲਵ ਫॉर ਹਿਸ ਕ੍ਰੀਏਸ਼ਨ ਅਸੀਂ ਦਿਖਾਵਾਂਗੇ ਕਿਸ ਤਰ੍ਹਾਂ? ਉਹਦੀ ਕੁਦਰਤ ਲਈ ਅਸੀਂ ਪਿਆਰ ਦਿਖਾ ਕਿਵੇਂ ਸਕਦੇ ਹਾਂ? ਉਹਦੇ ਕੋਲ ਸਾਡੇ ਲਈ 2 ਚੀਜ਼ਾਂ ਨੇ, ਇੱਕ ਤੇ ਲਵ ਫॉर ਨੇਚਰ ਔਰ ਇੱਕ ਹੈ ਲਵ ਫॉर ਕ੍ਰੀਚਰਸ, ਕਿ ਅਸੀਂ ਪਰਮਾਤਮਾ ਦੀ ਕੁਦਰਤ ਨਾਲ ਪਿਆਰ ਕਰੀਏ ਔਰ ਪਰਮਾਤਮਾ ਦੇ ਜੀਵਾਂ ਨਾਲ ਵੀ ਪਿਆਰ ਕਰੀਏ। ਔਰ ਜੇ ਅਸੀਂ ਨੇਚਰ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਹਵਾ, ਪਾਣੀ, ਧਰਤੀ। ਦੈਟ ਮੀਨਸ ਅਸੀਂ ਹਵਾ ਨਾਲ, ਪਾਣੀ ਨਾਲ ਔਰ ਧਰਤੀ ਨਾਲ ਪਿਆਰ ਕਰੀਏ। ਜਦੋਂ ਅਸੀਂ ਕ੍ਰੀਚਰਸ ਨਾਲ ਪਿਆਰ ਦੀ ਗੱਲ ਕਰਦੇ ਹਾਂ ਤੇ ਉਹਦੇ ਕੋਲ ਸਭ ਤੋਂ ਪਹਿਲੀ ਚੀਜ਼ ਹੈ ਸੇਫਟੀ ਆਫ ਲਾਈਫ, ਕਿ ਇਨਸਾਨ ਦਾ ਜੀਵਨ ਸੁਰੱਖਿਅਤ ਹੋਣਾ ਚਾਹੀਦਾ, ਸੇਫ ਹੋਣਾ ਚਾਹੀਦਾ। ਫਿਰ ਹੋਣਾ ਚਾਹੀਦਾ ਯੂਨੀਵਰਸਲ ਬ੍ਰਦਰਹੁੱਡ, ਕਿ ਆਪਸੀ ਭਾਈਚਾਰਾ। ਔਰ ਤੀਸਰਾ ਵੇ ਪ੍ਰੋਟੈਕਸ਼ਨ ਆਫ ਰਾਈਟਸ। ਅਗਰ ਇਹ 3 ਚੀਜ਼ਾਂ ਨੇ ਤਾਂ ਹੀ ਮੈਂ ਕ੍ਰੀਚਰਸ ਨਾਲ ਆਪਣਾ ਪਿਆਰ ਸ਼ੋਅ ਕਰ ਰਿਹਾ। ਇਹਨਾਂ 3 ਚੀਜ਼ਾਂ ਨੂੰ ਮਿਲਾਓ, ਕ੍ਰੀਚਰਸ ਨਾਲ ਪਿਆਰ ਬਣਦਾ। ਉਹਨੂੰ ਉਹ ਸੇਫ ਨੇ, ਆਪਸ ਯੂਨੀਵਰਸਲ ਬ੍ਰਦਰਹੁੱਡ ਲਾਈਕ ਵਨ ਬਿਗ ਫੈਮਿਲੀ, ਐਂਡ ਪ੍ਰੋਟੈਕਸ਼ਨ ਆਫ ਰਾਈਟਸ ਹੈ, ਜਿਹੜਾ ਕਿ ਅਸੀਂ ਰਿਸਪੈਕਟ ਆਫ ਡਾਈਵਰਸਿਟੀ ਵੀ ਹੈ। ਉਹ ਜਿਸ ਵੀ ਤਰ੍ਹਾਂ ਦੇ ਉਹਨਾਂ ਦੇ ਰਾਈਟਸ ਹੈ ਉਹ ਵੀ ਪ੍ਰੋਟੈਕਟਡ ਹੋਣੇ ਚਾਹੀਦੇ ਹਨ। ਸਾਡੇ ਕੋਲ ਬੜੀਆਂ ਐਗਜ਼ਾਮਪਲਾਂ ਸੀ ਪ੍ਰੋਟੈਕਸ਼ਨ ਆਫ ਰਾਈਟਸ ਉੱਤੇ ਤੇ ਕਿੰਨੇ ਯੁੱਧ ਲੜੇ। ਸੋ ਇਹ ਚੀਜ਼ਾਂ ਨੇ, ਅਸੀਂ ਕ੍ਰੀਚਰਸ ਨਾਲ ਪਿਆਰ ਕਰਦੇ ਹਾਂ।
ਹੁਣ ਅਸੀਂ ਗੱਲ ਕਰੀਏ ਯੂਨੀਵਰਸਲ ਬ੍ਰਦਰਹੁੱਡ, ਇਹ ਵੀ ਇੱਕ ਸਿਰਫ ਵਰਡ ਹੈ, ਪਰ ਇਹ ਕਿਸ ਤਰ੍ਹਾਂ ਅਸੀਂ ਸ਼ੋਅ ਕਰਦੇ ਹਾਂ? ਅਸੀਂ ਪ੍ਰੇਮ ਨਾਲ ਸ਼ੋਅ ਕਰਦੇ ਹਾਂ, ਸੇਵਾ ਨਾਲ ਸ਼ੋਅ ਕਰਦੇ ਹਾਂ, ਔਰ ਕੋਹੈਸਿਵਨੈਸ ਜਾਂ ਜੋ ਸਾਮੰਜस्य ਹੈ ਉਹਦੇ ਨਾਲ ਅਸੀਂ ਬ੍ਰਦਰਹੁੱਡ ਸ਼ੋਅ ਕਰਦੇ ਹਾਂ। ਔਰ ਪ੍ਰੇਮ ਦਿਖਾਉਣ ਦੇ ਕੀ ਤਰੀਕੇ ਹਨ? ਉਹ ਹੈ ਫॉरगिवनेस ਔਰ ਪੀਸ, ਕੰਪੈਸ਼ਨ ਜਿਵੇਂ ਕਿ ਦਇਆ ਹੈ, ਹੰਬਲਨੈਸ ਨਿਮਾਣਾਪਨ, ਐਮਪੈਥੀ ਜਿਹਨੂੰ ਕਿ ਅਸੀਂ ਹਮਦਰਦੀ ਕਹਿੰਦੇ ਹਾਂ। ਅਗਰ ਮੈਂ ਫॉरगिवनेस ਹੈ, ਕੰਪੈਸ਼ਨ ਹੈ, ਹੰਬਲਨੈਸ ਹੈ, ਐਮਪੈਥੀ ਹੈ, ਤੇ ਅਸੀਂ ਪ੍ਰੇਮ ਸ਼ੋਅ ਕਰ ਰਹੇ ਹਾਂ ਦੂਸਰੇ ਨੂੰ। ਸੇਵਾ ਕਿੱਦਾਂ ਕਰਦੇ ਹਾਂ? ਅਸੀਂ ਸ਼ੇਅਰਿੰਗ ਨਾਲ ਕਰਦੇ ਹਾਂ, ਕੇਅਰਿੰਗ ਨਾਲ ਕਰਦੇ ਹਾਂ, ਔਰ ਹੈਲਪਿੰਗ ਨਾਲ ਕਰਦੇ ਹਾਂ। ਔਰ ਕੋਹੈਸਿਵਨੈਸ ਜਾਂ ਆਪਸ ਅਸੀਂ ਕਿਸ ਤਰ੍ਹਾਂ ਨਜ਼ਦੀਕ ਆਉਂਦੇ ਹਾਂ, ਸਾਮੰਜस्य ਬਣਦਾ ਜਦੋਂ ਅਸੀਂ ਦੂਸਰੇ ਦੀ ਰਿਸਪੈਕਟ ਕਰਦੇ ਹਾਂ, ਦੂਸਰੇ ਲਈ ਅਸੀਂ ਗ੍ਰੈਟੀਟਿਊਡ ਸ਼ੋਅ ਕਰਦੇ ਹਾਂ, ਧੰਨਵਾਦ ਸ਼ੋਅ ਕਰਦੇ ਹਾਂ, ਅਸੀਂ ਆਪਸ ਵਿੱਚ ਮਿਲ ਜੁਲ ਕੇ ਇੰਜੋਏ ਕਰਦੇ ਹਾਂ। ਔਰ ਅਸੀਂ ਇੰਟੀਗ੍ਰਿਟੀ ਵੀ ਹੈ, ਮਤਲਬ ਅਸੀਂ ਧੋਖੇਬਾਜ਼ੀ ਨਹੀਂ ਹੈ, ਤਾਂ ਹੀ ਸਾਡਾ ਆਪਸੀ ਪ੍ਰੇਮ ਹੋਏਗਾ। ਅਸੀਂ ਕਿੱਥੇ ਕੋਈ ਧੋਖਾ ਨਹੀਂ ਦੇ ਰਹੇ, ਜਿਹਦੇ ਲਈ ਕਿ ਸਾਨੂੰ ਓਨੈਸਟ ਵੀ ਹੋਣਾ ਪਏਗਾ ਔਰ ਟਰਾਂਸਪੇਰੈਂਟ ਵੀ ਹੋਣਾ ਪਏਗਾ। ਹੁਣ ਅਸੀਂ ਗੱਲ ਕਰੀਏ ਲਵ ਪ੍ਰੋਟੈਕਸ਼ਨ ਆਫ ਰਾਈਟਸ ਦੀ, ਤਾਂ ਇਹਦੇ ਵਿੱਚ ਹੈ ਇਕੁਐਲਿਟੀ ਹੈ, ਮਤਲਬ ਸਭ ਬਰਾਬਰ ਹਾਂ, ਸੈਕੂਲਰਿਜ਼ਮ ਹੈ, ਧਰਮ ਨਿਰਪੇਖਤਾ, ਅਪਰੂਵਲ ਹੈ, ਪ੍ਰਮਾਣਿਤ ਕਰਨਾ, ਦੂਸਰੇ ਨੂੰ ਮੰਨਣਾ, ਜਸਟਿਸ ਸਿਸਟਮ ਹੈ, ਮਤਲਬ ਨਿਆਂ ਹੋਣਾ, ਨਿਆਂ ਹੋਣਾ, ਔਰ ਉਹਦੇ ਲਈ ਸਾਨੂੰ ਫੇਅਰਨੈਸ ਯਾਨੀ ਕਿ ਇਹਦੇ ਵਿੱਚ ਵੀ ਨਿਰਪੱਖ ਹੋ ਕੇ ਕਰਨਾ ਪਏਗਾ। ਸੋ ਇਹ ਕੁਝ ਕੁ ਅਸੀਂ ਵੈਲਿਊਜ਼ ਲਈਆਂ। ਇਹ ਵੈਲਿਊਜ਼ ਜਿਹੜੀਆਂ ਕਿਸੇ ਵੀ ਵੈਲਿਊ ਨੂੰ ਦੇਖੋ ਉੱਤੇ ਦੀ ਵੈਲਿਊ ਨਾਲ ਕਨੈਕਟ ਹੁੰਦੀਆਂ। ਲਾਈਕ ਇੰਜੋਇਮੈਂਟ ਹੈ, ਉਹ ਕੋਹੈਸਿਵਨੈਸ ਨਾਲ ਕਨੈਕਟ ਹੋਏਗੀ। ਕੋਹੈਸਿਵਨੈਸ ਜਿਹੜੀ ਯੂਨੀਵਰਸਲ ਬ੍ਰਦਰਹੁੱਡ ਬਣਾਏਗੀ। ਯੂਨੀਵਰਸਲ ਬ੍ਰਦਰਹੁੱਡ ਲਵ ਫਾਰ ਕ੍ਰੀਚਰਸ ਹੋਏਗਾ। ਲਵ ਫਾਰ ਕ੍ਰੀਏਚਰ ਨਾਲ ਅਸੀਂ ਹੌਲੇ ਹੌਲੇ ਸੈਲਫਲੈਸਨੈਸ ਹੋਵਾਂਗੇ। ਸੋ ਇਹ ਇੱਕ ਤਰ੍ਹਾਂ ਦਾ ਟਰੀ ਬਣ ਰਿਹਾ। ਅਸੀਂ ਨੀਚੇ ਦੀ ਕੋਈ ਵੀ ਵੈਲਿਊ ਦੇਖਾਂਗੇ ਅਲਟੀਮੇਟਲੀ ਸੈਲਫਲੈਸਨੈਸ ਤੇ ਜਾ ਕੇ ਹੀ ਖਤਮ ਹੋਏਗੀ। ਸੋ ਇੱਕ ਵੈਲਿਊ ਸਿਸਟਮ ਅਸੀਂ ਗੁਰਬਾਣੀ ਦੇ ਆਧਾਰ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਹਰ ਬਾਕਸ ਦੇ ਵਿਚਕਾਰ ਗੁਰੂ ਦਾ ਕੀ ਸਾਨੂੰ ਸਿੱਖਿਆ ਹੈ, ਕੀ ਸ਼ਬਦ ਹੈ, ਉਹ ਅਸੀਂ ਡਿਸਕਸ ਕਰਾਂਗੇ। ਉਹ ਅੱਗੇ ਚੱਲ ਕੇ ਮੋਡਿਊਲ 6 ਦੇ ਵਿੱਚ ਡਿਸਕਸ ਕਰਾਂਗੇ ਕਿ ਇਹਨਾਂ ਸਾਰੀਆਂ ਵੈਲਿਊਜ਼ ਦੇ ਉੱਤੇ ਗੁਰੂ ਸਾਹਿਬ ਨੇ ਸਾਨੂੰ ਕੀ ਕਿਹਾ, ਸਾਨੂੰ ਕੀ ਸਿੱਖਿਆ ਦਿੱਤੀ ਹੈ। ਔਰ ਐਗਜ਼ਾਮਪਲ ਇਤਿਹਾਸ ਦੇ ਵਿੱਚ ਬੜੀਆਂ, ਉਹ ਸਾਨੂੰ ਨਾਲ ਨਾਲ ਲੈ ਕੇ ਚੱਲਣੀਆਂ। ਤੇ ਇਹਦੇ ਵਿੱਚ ਜਿਹੜਾ ਕਰਦੇ ਕਰਦੇ ਸਵੀਟਨੈਸ ਐਂਡ ਹਿਊਮਿਲਿਟੀ ਸਾਡੇ ਬਿਹੇਵੀਅਰ ਦੇ ਵਿੱਚ ਦਿਖਣੀ ਚਾਹੀਦੀ ਹੈ। ਔਰ ਇਹ ਹੀ ਸਾਰਾ ਮਾਡਲ ਪੰਜਾਬੀ ਦੇ ਵਿਚਕਾਰ ਵੀ ਹੈ, ਅਸੀਂ ਡਿਵੈਲਪ ਕੀਤਾ, ਜਿਹਦੀ ਡਿਟੇਲ 'ਚ ਨਹੀਂ ਜਾ ਰਿਹਾ। ਹੁਣ ਅਸੀਂ ਗੱਲ ਕਰਦੇ ਹਾਂ ਭਰੋਸੇਯੋਗਤਾ ਜਾਂ ਟਰਸਟਵਰਦੀਨੈਸ ਦੀ ਗੱਲ। ਔਰ ਜੋ ਟਰਸਟਵਰਦੀਨੈਸ ਹੈ ਉਹਦੇ ਲਈ ਸਾਡੇ ਕੋਲ ਕੀ ਗੁਣ ਹੋਣ। ਹੁਣ ਅਸੀਂ ਗੁਣਾਂ ਦੀ ਗੱਲ ਕਰਾਂਗੇ, ਚੰਗਿਆਈਆਂ ਤੇ ਸਾਹਣੀ। ਉਹ ਸਭ ਚੀਜ਼ਾਂ ਸਾਡੀਆਂ ਚੰਗਿਆਈਆਂ ਸੀ, ਅਸੀਂ ਐਕਸੈਪਟ ਕੀਤਾ ਸੀ ਉਹਨਾਂ ਨੂੰ ਜ਼ਿੰਦਗੀ 'ਚ, ਪਰ ਅਸੀਂ ਐਕਸ਼ਨ 'ਚ ਨਹੀਂ ਆਏ। ਹੁਣ ਐਕਸ਼ਨ 'ਚ ਆਉਣ ਲਈ ਸਾਡੇ ਕੋਲ ਕੀ ਗੁਣ ਹੋਣੇ ਚਾਹੀਦੇ ਆ? ਜਿਵੇਂ ਗੁਣ ਚੰਗਿਆਈਆਂ ਤਦ ਦੀ ਗੱਲ ਹੋ ਰਹੀ ਹੈ। ਸੋ ਟਰਸਟਵਰਦੀਨੈਸ ਤੇ ਅਸੀਂ ਜਦੋਂ ਗੱਲ ਕਰੀਏ, ਸੋ ਜੋ ਟਰਸਟਵਰਦੀਨੈਸ ਹੈ ਉਹ ਸਾਡੀ ਰੈਪੂਟੇਸ਼ਨ ਔਰ ਕ੍ਰੈਡੀਬਿਲਿਟੀ ਨੂੰ ਦਿਖਾਉਂਦਾ। ਜਿਹੜਾ ਕਿ ਵੈਲਿਊ ਸਿਸਟਮ ਸੀ ਉਹ ਸਾਡੇ ਇਨਰ ਕਰੈਕਟਰ ਨੂੰ ਦਿਖਾਉਂਦਾ ਸੀ, ਐਕਸਟਰਨਲ ਕਰੈਕਟਰ ਨੂੰ ਨਹੀਂ, ਇਨਰ ਕਰੈਕਟਰ ਨੂੰ। ਸੋ ਇਹਦੇ ਲਈ 3 ਚੀਜ਼ਾਂ ਚਾਹੀਦੀਆਂ ਜੋ ਸਾਨੂੰ ਹੈ: ਫਾਇਰ, ਫੇਥ ਐਂਡ ਫੋਕਸ। ਫਾਇਰ ਮਤਲਬ ਸਾਡੇ ਅੰਦਰ ਪੈਸ਼ਨ ਜਾਂ ਜਨੂਨ ਹੋਣਾ ਚਾਹੀਦਾ। ਫੇਥ ਮਤਲਬ ਆਪਣੇ ਤੇ ਕੌਨਫੀਡੈਂਸ ਹੋਣਾ ਚਾਹੀਦਾ ਹੈ। ਔਰ ਫੋਕਸ ਮਤਲਬ ਅਸੀਂ ਜੋ ਕੰਮ ਕਰ ਰਹੇ ਹਾਂ ਉਹਦੇ ਲਈ ਅਟੈਂਟਿਵਨੈਸ ਵੀ ਚਾਹੀਦੀ ਹੈ। ਔਰ ਫਾਇਰ ਕਿਸ ਤਰ੍ਹਾਂ ਸਾਡੇ ਅੰਦਰ ਡਿਵੈਲਪ ਹੁੰਦੀ ਹੈ? ਜਦੋਂ ਅਸੀਂ ਇਨੀਸ਼ੀਏਟਿਵ ਲੈਂਦੇ ਹਾਂ, ਜਦੋਂ ਆਪਟੀਮਿਜ਼ਮ ਹੈ, ਪੋਜ਼ਿਟਿਵਿਟੀ ਹੈ, ਪੰਜਾਬੀ 'ਚ ਵੀ ਅੱਗੇ ਦੇਖ ਲਾਂਗੇ, ਡਿਟਰਮੀਨੇਸ਼ਨ ਹੈ, ਦ੍ਰਿੜ ਨਿਸ਼ਚਾ, ਔਰ ਫੀਅਰਲੈਸਨੈਸ। ਇਹ ਚਾਰੋਂ ਚੀਜ਼ਾਂ ਮਿਲਦੀਆਂ ਤਾਂ ਇਨਸਾਨ ਦੇ ਅੰਦਰ ਜਨੂਨ ਆਉਂਦਾ। ਤੇ ਅਸੀਂ ਦੇਖਾਂਗੇ ਮੋਡਿਊਲ 7 ਦੇ ਵਿੱਚ ਗੁਰੂ ਸਾਹਿਬਾਨ ਨੇ ਇਹਨਾਂ ਦੇ ਬਾਰੇ ਸਾਨੂੰ ਕੀ ਦੱਸਿਆ। ਜਦੋਂ ਅਸੀਂ ਕਹਿੰਦੇ ਹਾਂ ਸੈਲਫ ਕੌਨਫੀਡੈਂਸ ਹੈ ਮੇਰੇ 'ਚ ਕਿ ਮੈਨੂੰ ਪਰਮਾਤਮਾ ਨੇ ਗੁਣ ਜੋ ਵੀ ਐਬਿਲਿਟੀਜ਼ ਦਿੱਤੀਆਂ ਜੋ ਮੈਨੂੰ, ਉਹ ਕੌਨਫੀਡੈਂਸ ਕਿੱਥੋਂ ਆਉਂਦਾ? ਜਦੋਂ ਸਾਡਾ ਕਰੈਕਟਰ ਹੋਏ, ਦੁਨੀਆ ਦੇਖ ਪਾਏ ਕਿ ਇਹ ਕਰੈਕਟਰ ਹੈ, ਸਿਰਫ ਇਨਰ ਕਰੈਕਟਰ ਨਹੀਂ। ਪ੍ਰਾਈਡ ਔਰ ਸੈਲਫ ਰਿਸਪੈਕਟ ਹੋਏ, ਵਿਜ਼ਡਮ ਹੋਏ ਜਿਹਨੂੰ ਅਸੀਂ ਡਿਜ਼ਰਨਮੈਂਟ ਕਹਿੰਦੇ ਹਾਂ, ਕ੍ਰੀਏਟੀਵਿਟੀ ਹੋਏ, ਔਰ ਕੰਪੀਟੈਂਸ ਬਿਲਡਿੰਗ ਹੋਏ। ਮਤਲਬ ਮੇਰੇ ਅੰਦਰ ਆਪਣੇ ਆਪ ਨੂੰ ਹਮੇਸ਼ਾ ਆਪਣੇ ਗੁਣਾਂ ਨੂੰ ਵਧਾਉਣਾ ਹੈ, ਕੰਪੀਟੈਂਟ ਬਣਨਾ ਹੈ, ਮੈਂ ਹੋਰ ਬੈਟਰ ਕਰ ਸਕਾਂ। ਉਹਦੇ ਲਈ ਸਾਨੂੰ ਨੌਲੇਜ ਔਰ ਸਕਿੱਲ ਚਾਹੀਦੀ ਹੈ, ਸਾਨੂੰ ਕਮਿਊਨੀਕੇਸ਼ਨ ਚਾਹੀਦਾ, ਸਾਨੂੰ ਲਿਸਨਿੰਗ ਵੀ ਆਉਣੀ ਚਾਹੀਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਤਾਂ ਸਾਨੂੰ ਆਪਣੇ ਤੇ ਕੌਨਫੀਡੈਂਸ ਹੁੰਦਾ। ਔਰ ਫੋਕਸ, ਇਹ ਜਿਹੜੀਆਂ ਕੰਪੀਟੈਂਸ ਬਿਲਡਿੰਗ ਹੈ ਉਹਨੂੰ ਕੈਪੇਬਿਲਿਟੀ ਵੀ ਕਹਿ ਸਕਦੇ ਹਾਂ, ਸਾਨੂੰ ਆਪਣੀ ਕੈਪੇਬਿਲਿਟੀਜ਼ ਵਧਾਉਣੀ ਹੈ। ਔਰ ਜੋ ਫੋਕਸ ਹੈ ਉਹਦੇ ਲਈ ਜ਼ਰੂਰੀ ਹੈ ਸਿੰਪਲਿਸਿਟੀ, ਕਲੀਨਲੀਨੈਸ, ਕੰਸਨਟ੍ਰੇਸ਼ਨ, ਟੋਲਰੈਂਸ,
ਸੈਲਫ ਅਵੇਅਰਨੈਸ, ਡਿਸਪਲਿਨ, ਅਸੀਂ ਇਹਨਾਂ ਨੂੰ ਡਿਟੇਲ ਡਿਸਕਸ ਕਰਨ ਜਾ ਰਹੇ ਹਾਂ। ਇਸ ਕਰਕੇ ਇੱਥੇ ਅਸੀਂ ਐਕਸਪੈਂਡ ਨਹੀਂ ਕਰ ਰਹੇ, ਇੱਥੇ ਅਸੀਂ ਇੱਕ ਫਰੇਮਵਰਕ ਬਣਾ ਰਹੇ ਹਾਂ ਜਿੱਥੇ ਅਸੀਂ ਵਰਚੂ ਸਿਸਟਮ ਦੀ ਗੱਲ ਕਰ ਰਹੇ ਹਾਂ। ਪਹਿਲੇ ਅਸੀਂ ਵੈਲਿਊ ਸਿਸਟਮ ਦੀ ਗੱਲ ਕੀਤੀ ਸੀ, ਇਹ ਸਾਡਾ ਵਰਚੂ ਸਿਸਟਮ ਹੈ। ਔਰ ਇਹ ਵਰਚੂ ਸਿਸਟਮ ਦਾ ਅਸੀਂ ਜੋ ਪੰਜਾਬੀ ਦਾ ਮਾਡਲ ਹੈ ਉਹ ਵੀ ਇੱਥੇ ਹੈ, ਸੋ ਜੋ ਵੀ ਰੈਫਰ ਕਰਨਾ ਚਾਹਣਗੇ ਅਸੀਂ ਪੰਜਾਬੀ ਦਾ ਵੀ ਨਾਲ ਕਰ ਸਕਦੇ ਹਾਂ। ਹੁਣ ਅਸੀਂ ਦੇਖੀਏ ਤੇ ਜੋ ਬਿਹੇਵੀਅਰ ਵਿਦ ਟਰੂਥਫੁਲ ਲਿਵਿੰਗ, ਹੁਣ ਅਸੀਂ ਟਰੂਥਫੁਲ ਲਿਵਿੰਗ ਦੀ ਗੱਲ ਕੀਤੀ ਸੀ, ਅਸੀਂ ਵਾਪਸ ਉੱਥੇ ਹੀ ਜਾ ਰਹੇ ਹਾਂ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਸੋ ਟਰੂਥਫੁਲ ਲਿਵਿੰਗ ਦੇ ਵਿੱਚ ਬਿਹੇਵੀਅਰ ਇਜ਼ ਅ ਸੈਂਸ ਆਫ ਵੈਲਿਊਜ਼ ਐਂਡ ਵਰਚੂਜ਼ ਜਿਹੜਾ ਉਹ ਸਾਡਾ ਟਰੂਥਫੁਲ ਲਿਵਿੰਗ ਬਣ ਜਾਂਦਾ, ਜਿਹਦੇ ਵਿੱਚ ਕਰਕੇ ਹਿਊਮਿਲਿਟੀ ਐਂਡ ਸਵੀਟਨੈਸ ਹੈ ਸਾਨੂੰ ਦਿਖਾਈ ਦਿੰਦੀ ਹੈ ਔਰ ਬੜੀ ਨੈਚੁਰਲ ਹੁੰਦੀ ਹੈ। ਉਹ ਆਰਟੀਫਿਸ਼ੀਅਲ ਸਵੀਟਨੈਸ ਨਹੀਂ ਹੈ, ਉਹ ਆਰਟੀਫਿਸ਼ੀਅਲ ਹਿਊਮਿਲਿਟੀ ਨਹੀਂ ਹੈ। ਜਿਵੇਂ ਕਿ ਆਮ ਤੌਰ ਤੇ ਪੋਲੀਟੀਸ਼ੀਅਨਸ ਬੜੇ ਹੰਬਲ ਹੁੰਦੇ ਨੇ, ਜਦੋਂ ਉਹਨਾਂ ਨਾਲ ਮਿਲੋ ਔਰ ਸਾਨੂੰ ਪਤਾ ਹੈ ਉਹ ਕਿਉਂ ਹੰਬਲ ਹੁੰਦੇ ਨੇ, ਉਹ ਦੋਨਾਂ 'ਚ ਬਹੁਤ ਫਰਕ ਹੈ। ਬਟ ਵਿਦਾਊਟ ਟਰੂਥਫੁਲ ਲਿਵਿੰਗ ਇਹੀ ਸਵੀਟਨੈਸ ਐਂਡ ਹਿਊਮਿਲਿਟੀ ਦਾ ਕੀ ਇੰਪੈਕਟ ਹੈ, ਇਟ ਕੈਨ ਬੀ ਵਿਦ ਏ ਪਰਪਸ ਟੂ ਡਿਸੀਵ। ਜੇ ਸਾਡੀ ਸਵੀਟਨੈਸ ਔਰ ਹਿਊਮਿਲਿਟੀ ਆਰਟੀਫਿਸ਼ੀਅਲ ਹੈ, ਇਹਦਾ ਮਤਲਬ ਮੈਂ ਹੁਣ ਕਿਸੇ ਨੂੰ ਧੋਖਾ ਦੇਣ ਦੀ ਤਿਆਰੀ ਦੇ ਵਿੱਚ ਹਾਂ। ਹਾਂਜੀ ਹਾਂਜੀ ਜ਼ਰੂਰ ਜੀ, ਹੋਏਗਾ ਜੀ, ਕਰ ਦਿਆਂਗੇ ਜੀ, ਇਹਦਾ ਮਤਲਬ ਹੈ ਕਿ ਇਨਸਾਨ ਦੇ ਅਗਰ ਆਰਟੀਫਿਸ਼ਲੀ ਬੋਲ ਰਹੇ ਅੰਦਰੋਂ ਜਾਣਦੇ ਨਹੀਂ ਕਰਾਂਗੇ ਤੇ ਉਹ ਧੋਖਾ ਦੇਣ ਦੀ ਤਿਆਰੀ ਵਿੱਚ ਹੈ। whereas humility and sweetness ਜੋ ਗੁਰੂ ਸਾਹਿਬ ਨੇ ਕਹੀ ਹੈ, that is essence and that is natural, ਉਹਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ ਉਸ ਹੰਬਲਨੈਸ ਲਈ, ਉਹ ਆਪਣੇ ਆਪ ਹੀ ਰਿਫਲੈਕਟ ਹੋ ਰਹੀ ਹੁੰਦੀ ਹੈ। ਸੋ ਅਸੀਂ ਮੈਸੇਜ ਹੈ, ਮੈਂ ਉਹਨੂੰ ਰਿਪੀਟ ਨਹੀਂ ਕਰਦਾ ਜੋ ਅਸੀਂ ਅੱਜ ਦੇ ਟੌਪਿਕ 'ਚ ਲਿਆ ਸੀ ਕਿ ਹਾਈਐਸਟ ਹਿਊਮਨ ਡਿਵੋਸ਼ਨ ਨਾਮ ਹੈ, ਹਾਈਐਸਟ ਹਿਊਮਨ ਵੈਲਿਊ ਸੈਲਫਲੈਸਨੈਸ ਹੈ, ਹਾਈਐਸਟ ਹਿਊਮਨ ਵਰਚੂ ਟਰਸਟਵਰਦੀਨੈਸ ਹੈ। ਅਸੀਂ ਬਾਣੀ ਤੋਂ ਪੂਰਾ ਇਹਨਾਂ ਦੇ ਅਗਲੇ ਮੋਡਿਊਲ 6 and 7 ਵਿੱਚ ਇਹਨਾਂ ਨੂੰ ਡਿਟੇਲ 'ਚ ਡਿਸਕਸ ਕਰਨ ਜਾ ਰਹੇ ਹਾਂ। ਸੋ ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਇਹਨਾਂ ਗੁਣਾਂ ਨੂੰ ਹੀ ਸਾਨੂੰ ਆਪਣੇ ਆਪ ਨੂੰ ਜੀਵਨ 'ਚ ਅੱਗੇ ਲੈ ਕੇ ਆਉਣਾ ਹੈ, ਇਹਨਾਂ ਗੁਣਾਂ ਨੂੰ ਹੀ ਸਾਨੂੰ ਪ੍ਰੈਕਟਿਸ ਕਰਨੀ ਹੈ, ਇਹਨਾਂ ਗੁਣਾਂ ਦੇ ਥਰੂ ਹੀ ਸਾਨੂੰ ਦੁਬਾਰਾ ਨਾਮ ਨਾਲ ਜੁੜਨਾ ਹੈ। ਨਾਮ ਸਾਨੂੰ ਇਹਨਾਂ ਗੁਣਾਂ ਨਾਲ ਜੋੜਨਗੇ, ਇਹ ਗੁਣ ਸਾਨੂੰ ਐਕਸ਼ਨ 'ਚ ਆ ਕੇ ਅਸੀਂ ਫਿਰ ਵਾਹ ਨਾਲ ਜੁੜਾਂਗੇ, ਫਿਰ ਰੱਬ ਨਾਲ ਜੁੜਾਂਗੇ। ਅਸੀਂ ਆਹਿਸਤਾ ਆਹਿਸਤਾ ਹਰ ਚੀਜ਼ ਵਿੱਚ ਪਰਮਾਤਮਾ ਨੂੰ ਦੇਖ ਪਾਵਾਂਗੇ, ਪਰਮਾਤਮਾ ਨੂੰ ਸਮਝ ਪਾਵਾਂਗੇ, ਸਿਰਫ ਤਾਂ ਤੇ ਤਾਂ ਜਦੋਂ ਅਸੀਂ ਐਕਸ਼ਨਸ ਦੇ ਵਿੱਚ ਵੀ ਆਵਾਂਗੇ। ਸੋ ਇਹ ਅਸੀਂ ਜ਼ਿਆਦਾ ਮੈਂ ਡਿਟੇਲ 'ਚ ਨਹੀਂ ਜਾ ਰਿਹਾ ਇਸ ਟਾਈਮ। ਵਟ ਇਜ਼ ਦਾ ਟੇਕ ਅਵੇ? ਸੋ ਦਿਸ ਇਜ਼ ਦਾ ਐਂਡ ਆਫ ਮੋਡਿਊਲ 5। ਤੇ ਅਸੀਂ ਹੁਣ ਜੋ ਮੋਡਿਊਲ 6 ਹੈ ਉਹ ਵੈਲਿਊ ਸਿਸਟਮਸ ਹੈ, ਉਹਦਾ ਨਾਂ ਹੈ ਦਾ ਵੈਲਿਊ ਆਫ ਵੈਲਿਊਜ਼। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਉਹ ਟੌਪਿਕ ਦਾ ਨਾਮ ਹੋਏਗਾ। ਔਰ ਅਸੀਂ ਸਿਰਫ ਤੇ ਸਿਰਫ ਵੈਲਿਊਜ਼ ਦੀ ਗੱਲ ਕਰਾਂਗੇ, ਵਰਚੂਜ਼ ਦੀ ਗੱਲ ਨਹੀਂ ਕਰਾਂਗੇ, ਉਹ ਮੋਡਿਊਲ 7 ਵਿੱਚ ਕਰਾਂਗੇ। ਸੋ ਸਾਡਾ ਜੋ ਨੈਕਸਟ ਟੌਪਿਕ ਹੋਏਗਾ ਉਹ ਹੈ ਚੰਗਿਆਈਆਂ ਬੁਰਾਈਆਂ, ਕਿਉਂਕਿ ਚੰਗਿਆਈਆਂ ਔਰ ਬੁਰਾਈਆਂ ਜਿਹੜੀਆਂ ਉਹ ਦੋਨੋਂ ਅਪੋਜ਼ਿਟ ਹੈ, ਦੋਨੋਂ ਹੀ ਸਿਸਟਮ 'ਚ ਆਟੋਮੈਟਿਕਲੀ ਵਾਚ ਹੋ ਰਹੀਆਂ ਨੇ। ਉਹ ਖੁਦ ਪਰਮਾਤਮਾ ਨੇ ਸਿਸਟਮ ਬਣਾਇਆ ਜਿਹਦੇ ਵਿਚਕਾਰ ਧਰਮ ਰਾਜ, ਜਿਹਨੂੰ ਕਹੀਏ ਇੱਕ ਸਿਸਟਮ ਹੈ ਜਿਹਦੇ ਵਿਚਕਾਰ ਕੀ ਉਹ ਸਭ ਦੀਆਂ ਸਭ ਅਕਾਊਂਟਿੰਗ ਹੋ ਰਹੀ ਹੈ। ਸੋ ਇਹ ਸੀ ਅੱਜ ਦਾ ਸਾਡਾ ਮੋਡਿਊਲ 5 ਤੇ ਇਸ ਦੇ ਨਾਲ ਹੀ ਹੁਣ ਅਸੀਂ ਡਿਸਕਸ਼ਨ ਸ਼ੁਰੂ ਕਰ ਸਕਦੇ ਹਾਂ। ਤੇ ਆਈ ਥਿੰਕ ਮੈਂ 10-15 ਮਿੰਟ ਜਾਂ 10 ਮਿੰਟ ਜ਼ਿਆਦਾ ਹੀ ਲੈ ਲਏ 40 ਮਿੰਟ ਤੋਂ। ਸੋ ਕਿਸੇ ਦਾ ਕੋਈ ਕੁਐਸਚਨ ਹੋਏ ਮੋਡਿਊਲ 5 ਤੇ, ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਤੱਕ ਸਾਨੂੰ ਕਿਸ ਤਰ੍ਹਾਂ ਪਹੁੰਚਣਾ, ਨਾਮ ਤੋਂ ਸ਼ੁਰੂ ਹੋਣਾ, ਸਾਨੂੰ ਵੈਲਿਊ ਸਿਸਟਮ ਸਮਝਣਾ, ਵਰਚੂ ਸਿਸਟਮ ਸਮਝਣਾ, ਔਰ ਜੋ ਕੰਮ ਕਰ ਰਹੇ ਹਾਂ ਉਹਨਾਂ ਵਿਚਕਾਰ ਉਹਦੀ ਰਿਫਲੈਕਸ਼ਨ ਆਉਣੀ ਚਾਹੀਦੀ ਹੈ। ਜਿਉਂ ਆਏਗੀ ਨਾਮ ਨਾਲ ਅਸੀਂ ਫਿਰ ਹੋਰ ਜੁੜਾਂਗੇ, ਨਾਮ ਸਾਨੂੰ ਐਕਸ਼ਨਸ ਨਾਲ ਜੋੜੇਗਾ। ਆਹਿਸਤਾ ਆਹਿਸਤਾ ਪੰਜੋ ਵਾਇਸਿਸ ਸਾਡੀਆਂ ਛੁੱਟਣੀਆਂ ਚਾਹੀਦੀਆਂ, ਸਾਡਾ ਆਪਣਾ ਨਾਮ ਛੁੱਟ ਜਾਣਾ ਚਾਹੀਦਾ, ਸਾਨੂੰ ਸਿਰਫ ਤੇ ਸਿਰਫ ਹਰ ਜਗ੍ਹਾ ਪਰਮਾਤਮਾ ਦੇ ਗੁਣਾਂ ਦਾ ਪ੍ਰਗਟਾਵਾ ਹੋਣਾ ਚਾਹੀਦਾ। ਤਾਂ ਹੀ ਅਸੀਂ ਕਹਿ ਸਕਦੇ ਹਾਂ ਵਿਣ ਗੁਣ ਕੀਤੇ ਭਗਤ ਨੂੰ, ਇਹ ਤੇ ਗੁਣ ਹਰ ਜਗ੍ਹਾ ਪ੍ਰਗਟਾਵੇ ਦੇ ਤੌਰ ਤੇ ਸਾਹਮਣੇ ਆ ਰਹੇ ਹਨ। ਸੋ ਇਹ ਇੱਕ ਕਨਸੈਪਟ ਹੈ ਗੁਰਬਾਣੀ ਦੇ ਵਿੱਚ ਬਹੁਤ ਕਲੀਅਰਲੀ ਬਾਹਰ ਆਇਆ ਕਨਸੈਪਟ ਹੈ। ਕੁਝ ਕੁ ਅਸੀਂ ਸ਼ਬਦ ਲਏ ਆ ਜੋ ਨਾਮ ਨਾਲ ਰਿਲੇਟਿਡ ਸੀ, ਔਰ ਗੁਣ ਔਰ ਚੰਗਿਆਈਆਂ ਨਾਲ ਰਿਲੇਟਿਡ ਅਸੀਂ ਬਹੁਤ ਸਾਰੇ ਸ਼ਬਦ
अगले 2 मॉड्यूल्स ਵਿੱਚ ਲਵਾਂਗੇ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बोले सोने वाहिगुरु जी का खालसा वाहिगुरु जी की फतेह।